मैं भगत सिंह बोलदा ते अज गवाही देण आया अपनी थोड़ी कचहरी दे विच। तुसीं मेरे ते इल्जाम लाया कि मैं अतवादी हाँ। हाँ, मैं अतवादी सी, अतवादी हाँ ते अतवादी रहूँगा भी, क्योंकि थोनू भी अतवादी कहा सी कि नहीं कहा सी। मैनू अतवादी तां कहा सी क्योंकि मैं स्टेट दी अख च अख पा के अपना हक मंगना जानदा सी। ते तुसीं भी जदों हक मंगण वास्ते स्टेट दी अख च अख पाई सी, ਜਦੋਂ ਦਿੱਲੀ ਦੀਆਂ ਬਰੂਹਾਂ ਤੇ ਗਏ ਸੀ ਤਾਂ ਤੁਹਾਨੂੰ ਵੀ ਅੱਤਵਾਦੀ ਕਿਹਾ ਗਿਆ ਸੀ। ਤੇ ਜੇ ਤੁਹਾਨੂੰ ਮੈਂ ਅੱਤਵਾਦੀ ਲੱਗਦਾ ਜਾਂ ਇਨਕਲਾਬੀ ਲੱਗਦਾ, ਅੱਜ ਤੁਸੀਂ ਫੈਸਲਾ ਜ਼ਰੂਰ ਕਰਨਾ। ਤੁਹਾਡੀ ਕਚਹਿਰੀ 'ਚ ਪੇਸ਼ ਹੋਣ ਲੱਗਿਆ ਕਿਉਂਕਿ ਤੁਸੀਂ ਮੈਨੂੰ ਮਰਿਆ ਸਮਝ ਲਿਆ, ਪਰ ਮੈਂ ਮਰਿਆ ਨਹੀਂ। ਕਿਉਂਕਿ ਮੈਂ ਕਿਹਾ ਸੀ ਕਿ ਬੰਦੇ ਨੂੰ ਮਾਰਿਆ ਜਾ ਸਕਦਾ, ਵਿਚਾਰ ਨੂੰ ਨਹੀਂ। ਮੈਂ ਅੱਜ ਤੁਹਾਡੀ ਕੱਲੀ ਕੱਲੀ ਗੱਲ ਦਾ ਜਵਾਬ ਦਿਉਂ ਕਿਉਂਕਿ ਮੇਰਾ ਵਿਚਾਰ ਅਜੇ ਸਹਿਕਦਾ, ਅਜੇ ਜਿਉਂਦਾ, ਤੇ ਮੈਂ ਮਰਿਆ ਨਹੀਂ। ਤੁਸੀਂ ਮੈਨੂੰ ਮਰਿਆ ਸਮਝ ਲਿਆ ਤੇ ਅੱਜ ਮੈਂ ਗਵਾਹੀ ਦੇਣ ਆਇਆ ਤੇ ਤੁਸੀਂ ਫੈਸਲਾ ਕਰਨਾ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਜਿੰਨੇ ਵੀ ਭਰਾ ਜੁੜੇ ਹੋ, ਕੁਝ ਸਾਥੀਆਂ ਨੇ ਮੇਰੇ ਤੇ ਇਲਜ਼ਾਮ ਲਾਏ ਨੇ, ਉਹ ਇਲਜ਼ਾਮਾਂ ਦਾ ਕੱਲੀ ਕੱਲੀ ਗੱਲ ਦਾ ਤੁਹਾਡਾ ਜਵਾਬ ਦੇ ਕੇ ਜਾਊਂਗਾ। ਉਹ ਜਵਾਬ ਦਾ ਤੁਹਾਨੂੰ ਸਬੂਤ ਵੀ ਪੇਸ਼ ਕਰਨਾ। ਇਸੇ ਕਰਕੇ ਮੈਂ ਬੇਨਤੀ ਕਰਦਾ, ਅੱਜ ਗੌਰ ਕਰ ਲਿਓ ਤੇ ਜਿਹੜੇ ਭਰਾਵਾਂ ਨੂੰ ਜਵਾਬ ਦੇ ਨਾਲ ਸਹਿਮਤ ਹੋਏ ਉਹ ਆਪਣੀ ਗਵਾਹੀ ਜ਼ਰੂਰ ਭਰਿਓ। ਰੌਲਾ ਮੇਰੀ ਪੱਗ ਤੇ ਟੋਪੀ ਦਾ ਹੋਇਆ ਖੜਾ, ਰੌਲਾ ਮੇਰੀ ਹੋਣ ਦਾ ਵੀ ਹੋਇਆ ਖੜਾ। ਮੈਨੂੰ ਜੋੜਿਆ ਕਿੱਧਰ ਜਾ ਰਿਹਾ ਤੇ ਕਿਉਂ ਜੋੜਿਆ ਜਾ ਰਿਹਾ, ਉਹਨਾਂ ਸਾਰੀਆਂ ਗੱਲਾਂ ਦੇ ਅੱਜ ਕੀ ਆ ਜਵਾਬ ਦੇਵਾਂਗਾ ਤੁਹਾਨੂੰ। ਤੇ ਮੈਂ ਇੱਕੋ ਗੱਲ ਕਹਿਣਾ ਕਿ ਮੈਨੂੰ ਜਿਹੜੇ ਭਰਾ ਮੇਰੇ ਨਾਲ ਸਾਂਝ ਪਾਈ ਹੋਈ ਆ, ਮੈਂ ਪਹਿਲਾਂ ਤਾਂ ਉਹਨਾਂ ਨੂੰ ਕਹਿਣਾ, ਪਿੱਛੇ ਜੇ ਜਿਹੜਾ ਤੁਸੀਂ ਇੱਕ ਲੜਾਈ ਲੜੀ ਆ, ਇੱਕ ਸਿੱਖ ਮੂਵਮੈਂਟ ਚੱਲੀ ਸੀ ਜਿਹਦੇ ਵਿੱਚ ਜਿਹੜੇ ਯੋਧੇ ਸ਼ਹੀਦ ਹੋਏ ਨੇ ਉਹ ਮੇਰੇ ਨਾਲ ਕਿਤੇ ਨਾ ਕਿਤੇ ਸਾਂਝ ਪਾ ਕੇ ਰੱਖਦੇ ਸੀ। ਮੈਂ ਗੱਲ ਕਰਦਾ ਸੁੱਖੇ ਤੇ ਜਿੰਦੇ ਦੀ। ਕੁਲਦੀਪ ਨਈਅਰ ਨੂੰ ਉਹ ਚਿੱਠੀ ਲਿਖ ਕੇ ਕਹਿੰਦੇ ਕੀ ਨੇ, ਉਹ ਕਹਿੰਦੇ ਕਿ ਤੂੰ ਭਗਤ ਸਿੰਘ ਨੂੰ ਮੰਨਦਾ ਤਾਂ ਫਿਰ ਸਾਡੇ ਤੇ ਉਹਦੇ 'ਚ ਫਰਕ ਕੀ ਆ, ਕਿਉਂਕਿ ਅਸੀਂ ਵੀ ਉਹਦੇ ਰਾਹ ਤੇ ਹੀ ਆ। ਇਹ ਸੁੱਖੇ ਜਿੰਦੇ ਨੇ ਕੁਲਦੀਪ ਨਈਅਰ ਨੂੰ ਚਿੱਠੀ ਲਿਖੀ ਸੀ। ਪਰ ਅੱਜ ਕੁਛ ਕੁ ਜਿਹੜੇ ਵਿਦਵਾਨ ਨੇ, ਜਿਹੜੇ ਸਿੱਖ ਅਖੌਤੀ ਵਿਦਵਾਨ ਕਹਾਉਂਦੇ ਆ, ਉਹ ਮੇਰੇ ਤੇ ਸਵਾਲ ਖੜੇ ਕਰਦੇ ਆ। ਸਵਾਲ ਖੜੇ ਕੀ ਕਰਦੇ ਆ, ਉਹ ਕਹਿੰਦੇ ਆ ਕਿ ਸਾਡੇ ਨਾਲ ਡਿਬੇਟ ਦੇ ਵਿੱਚ ਆਵੇ। ਮੈਂ ਡਿਬੇਟ ਕਰਨ ਦੇ ਸਮਰੱਥਾ, ਕਿਸੇ ਬੰਦੇ ਨੂੰ ਬਹਿਸ ਕਰਨ ਦੀ ਲੋੜ ਨਹੀਂ। ਇਸੇ ਕਰਕੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਕਿ ਅੱਜ ਇਹ ਜਵਾਬ ਉਹਨਾਂ ਤੱਕ ਪਹੁੰਚਦਾ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਮੇਰੇ ਤੇ ਸਵਾਲ ਖੜੇ ਕੀਤੇ ਆ। ਉਹ ਲੋਕ ਮੇਰੇ ਗਿੱਟੇ ਵੱਢ ਕੇ ਆਪ ਵੱਡਾ ਹੋਣਾ ਚਾਹੁੰਦੇ ਆ। ਮੈਂ ਸ਼ਹੀਦੇ ਆਜ਼ਮ ਆਪਦੀ ਆਪ ਨਹੀਂ ਬਣਿਆ। ਆਜ਼ਮ ਦਾ ਮਤਲਬ ਸ਼ਹੀਦਾਂ ਦਾ ਸਰਤਾਜ। ਮੈਂ ਆਪਦੇ ਆਪ ਨੂੰ ਆਪ ਨਹੀਂ ਕਿਹਾ ਸੀ, ਲੋਕਾਂ ਨੇ ਕਿਹਾ ਸੀ। ਮੈਂ ਤਾਂ ਖੁਦ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਪੈਰੋਕਾਰ ਸੀ, ਉਹਨੂੰ ਦਿਲ ਨਾਲ ਲਾ ਕੇ ਰੱਖਦਾ ਸੀ, ਉਹਦੀ ਫੋਟੋ ਵੀ ਸਾਂਭ ਕੇ ਰੱਖਦਾ ਸੀ। ਮੈਂ ਗਦਰੀ ਬਾਬਿਆਂ ਦਾ ਵੀ ਸਤਿਕਾਰ ਕਰਦਾ ਸੀ, ਜਿਹੜੇ ਕੀ ਆ ਸਿੱਖੀ ਫਲਸਫੇ ਨੂੰ ਮਨ ਦੇ ਵਿੱਚ ਲੈ ਕੇ ਆ ਕੇ ਸ਼ਹੀਦ ਹੋਏ। ਕਰਤਾਰ ਸਿੰਘ ਸਰਾਭਾ ਵੀ ਇੱਕ ਸਿੱਖੀ ਨਾਲ ਜੁੜੀ ਹੋਈ ਘਟਨਾ ਦੀ ਚੇਟਕ ਨੂੰ ਲੈ ਕੇ ਆ ਕੇ ਕੀ ਆ ਤੁਹਾਡੇ ਨਾਲ ਖੜਿਆ, ਆ ਕੇ ਇੱਥੇ ਜੰਗ ਲੜਿਆ। ਮੈਂ ਉਹਦਾ ਵੀ ਹਾਮੀ ਵਾਲਾ ਤੇ ਉਹਦਾ ਪੈਰੋਕਾਰ। ਮੈਂ ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੈਂ ਗਦਰੀ ਬਾਬੇ ਜਿਹੜੇ ਕੀ ਆ ਮਨ ਦੇ ਵਿੱਚ ਸਿੱਖੀ ਵੱਜਦੀ ਸੀ, ਉਹਨਾਂ ਬਾਰੇ ਵੀ ਲਾਲਾ ਜੀ ਨੂੰ ਵੀ ਸਵਾਲ ਖੜੇ ਕੀਤੇ ਸੀ, ਜਿਹਦੇ ਨਾਲ ਮੇਰਾ ਨਾਂ ਜੋੜ ਕੇ ਮੈਨੂੰ ਆਰੀਆ ਸਮਾਜੀ ਦੀ ਮੋਹਰ ਲਾਈ ਜਾਂਦੀ ਆ। ਤੇ ਮੈਂ ਲਾਲਾ ਜੀ ਦੀ ਗੱਲ ਕਰਦਾ। ਮੈਂ ਲਾਲਾ ਜੀ ਨੂੰ ਇੱਕ ਗੱਲ ਕਹੀ ਸੀ ਕਿ ਲਾਲਾ ਜੀ ਅਨਪੜ੍ਹ ਸਿੱਖ ਭਾਈ ਜਥੇ ਬਣਾ ਕੇ ਆ ਗਏ ਆ। 2000 ਮੈਂ ਗੱਲ ਕਰਦਾ ਦੋਸਤੋ 1914 ਦੀ। ਉਹ ਜਥੇ ਬਣਾ ਕੇ ਆਏ ਸੀ ਜਦੋਂ ਲਾਲਾ ਜੀ ਜਵਾਨ ਹੁੰਦੇ ਸੀ। ਮੈਂ ਉਹਨਾਂ ਨੂੰ ਸਵਾਲ ਖੜਾ ਕੀਤਾ ਸੀ ਕਿ ਅਨਪੜ੍ਹ ਸਿੱਖ ਜਥੇ ਬਣਾ ਕੇ ਆ ਗਿਆ। ਉਹਨਾਂ ਨੇ ਕਿਹਾ ਕਿ ਜੰਗ ਦੇ ਵਿੱਚ ਅੰਗਰੇਜ਼ਾਂ ਦਾ ਸਾਥ ਨਾ ਦਿਓ ਕਿਉਂਕਿ ਦੁਸ਼ਮਣ ਕਮਜ਼ੋਰ ਆ, ਤੇ ਉਹਨਾਂ ਨੇ ਆ ਕੇ ਆਪਣੀਆਂ ਜ਼ਿੰਦਗੀਆਂ ਵੀ ਵਾਰਤੀਆਂ। ਪਰ ਲਾਲਾ ਜੀ ਤੁਸੀਂ ਚੰਗੇ ਬਣਨ ਦੇ ਚੱਕਰ ਦੇ ਵਿੱਚ ਜਰਮਨਾਂ ਦੇ ਖਿਲਾਫ ਲੇਖ ਲਿਖੇ, ਅੰਗਰੇਜ਼ਾਂ ਦੀ ਚਾਪਲੂਸੀ ਕੀਤੀ। ਹੁਣ ਜੰਗ ਦੁਬਾਰੇ ਲੱਗੂਗੀ, ਲੋਕਾਂ ਨੂੰ ਜਗਾਓ। ਤੇ ਮੈਂ ਸਵਾਲ ਲਾਲਾ ਜੀ ਤੇ ਵੀ ਖੜਾ ਕੀਤਾ ਸੀ ਕਿ ਤੁਸੀਂ ਨਿੱਤਰੋਗੇ। ਇਹ ਸਵਾਲ ਲਾਲਾ ਜੀ ਨੂੰ ਕੀਤਾ ਸੀ। ਹੁਣ ਦੋਸਤੋ ਤੁਹਾਡੇ ਕੱਲੇ ਕੱਲੇ ਸਵਾਲ ਦਾ ਮੈਂ ਨਾਲ ਦੀ ਨਾਲ ਜਵਾਬ ਵੀ ਦਿੰਦਾ ਰਹੂੰਗਾ। ਤੇ ਜਿਹੜੇ ਮੈਨੂੰ ਅੱਤਵਾਦੀ ਕਹਿੰਦੇ, ਮੈਂ ਉਹਨਾਂ ਨਾਲ ਗੱਲ ਕਰਦਾ। ਮੈਂ ਇੱਕ ਗੱਲ ਕਹੀ ਸੀ ਕਿ ਬੰਬ ਬੰਦੂਕਾਂ ਨਾਲ ਇਨਕਲਾਬ ਨਹੀਂ ਆਉਂਦੇ। ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਤੇ ਤੇਜ਼ ਹੁੰਦੀ ਆ। ਤੇ ਵਿਚਾਰ ਮੈਂ ਕਿਹਨਾਂ ਨਾਲ ਕਰਦਾ ਸੀ, ਉਸ ਸਮੇਂ ਦੇ ਜਿਹੜੇ ਦੋਸਤੋ ਕ੍ਰਾਂਤੀਕਾਰੀ ਹੋਇਆ ਮੈਥੋਂ ਪਹਿਲਾਂ ਜਿਹੜੇ ਹੋਏ ਆ। ਮੈਂ ਆਪਣੀ ਸਮਝ ਮੁਤਾਬਕ ਤੁਹਾਡੇ ਸਵਾਲਾਂ ਦੇ ਜਵਾਬ ਦਿਉਂ। ਜਿੱਥੇ ਮੈਂ ਗਲਤ ਲੱਗਿਆ ਮੈਂ ਝੋਲੀ ਵੀ ਪਾਊਂਗਾ, ਕਿਉਂਕਿ ਮੈਂ ਨਹੀਂ ਕਹਿੰਦਾ ਕਿ ਮੈਂ ਪੂਰੀ ਤਰ੍ਹਾਂ ਸਹੀ ਹਾਂ। ਮੈਂ ਆਪਣੀ ਸਮਝ ਮੁਤਾਬਕ ਜਿੰਨੀ ਚੀਜ਼ ਸਮਾਜ ਦੇ ਵਿੱਚੋਂ ਦੇਖੀ ਸੀ ਤੇ ਉਸ ਚੀਜ਼ ਦੇ ਹਿਸਾਬ ਦੇ ਨਾਲ ਜਿਹੜਾ ਮੈਂ ਰਾਹ ਚੁਣਿਆ ਸੀ, ਉਸ ਦੇ ਕੀ ਆ ਸੰਦਰਭ ਦੇ ਵਿੱਚ ਮੈਂ ਤੁਹਾਡੀ ਕੱਲੀ ਕੱਲੀ ਗੱਲ ਦਾ ਜਵਾਬ ਦਿਉਂ। ਤੇ ਉਹ ਜਵਾਬ ਜਿਹੜਾ ਹੈਗਾ ਉਹ ਵਿਦ ਪ੍ਰੂਫ ਕੀ ਆ ਤੁਹਾਨੂੰ ਮੈਂ ਦੱਸੂਗਾ ਕਿ ਕਿੱਥੇ ਉਹ ਜਵਾਬ ਤੁਸੀਂ ਜੇਕਰ ਸਬੂਤ ਵੀ ਮੰਗੋਗੇ ਬਕਾਇਦਾ ਸਬੂਤ ਵੀ ਦੇਵਾਂਗਾ। ਸਭ ਤੋਂ ਪਹਿਲਾਂ ਤਾਂ ਮੈਂ ਇੱਕੋ ਗੱਲ ਕਹਿਣਾ ਕਿ ਮੈਂ ਥੋੜਾ ਜਿਹਾ ਪਿਛੋਕੜ ਦੀ ਗੱਲ ਕਰ ਲਾਂ। ਤੁਹਾਨੂੰ ਦੱਸ ਦਿਆਂ ਕਿ ਮੈਂ ਕਿਹਨਾਂ ਦੇ ਵੰਸ਼ ਦੇ ਵਿੱਚੋਂ ਆ। ਸਾਡੇ ਵੱਡ ਵਡੇਰੇ ਨਿਹਾਲ ਸਿੰਘ ਹੋਰੇ 1699 'ਚ ਗੁਰੂ ਗੋਬਿੰਦ ਸਿੰਘ ਜੀ ਤੋਂ ਜਾ ਕੇ ਖੰਡੇ ਬਾਟੇ ਦੀ ਪਹੁਲ ਛਕਦੇ ਆ। ਤੇ ਮੇਰੇ ਪਰਿਵਾਰ ਦਾ ਹਰ ਜੀ ਵੱਡਾ ਪੁੱਤ ਜਿਹੜਾ ਵੀ ਵੱਡਾ ਮੁੰਡਾ ਹੋਇਆ ਸਾਡੇ ਪਰਿਵਾਰ ਦੇ ਵਿੱਚ ਮੁੱਢ ਕਦੀਮ ਤੋਂ ਜਾ ਕੇ ਆਨੰਦਪੁਰ ਦੇ ਵਿੱਚ ਜਾ ਕੇ ਖੰਡੇ ਬਾਟੇ ਦੀ ਪਹੁਲ ਛਕਦੇ ਸੀ।
ਮਲ ਕੇ ਅੰਮ੍ਰਿਤ ਛਕਦੇ ਸੀ। ਉਸ ਤੋਂ ਬਾਅਦ ਮੇਰੇ ਦਾਦਾ ਜੀ ਨੇ ਅਰਜਨ ਸਿੰਘ ਹੋਰਿਆਂ ਨੇ ਵੀ ਦੋਸਤੋ ਅੰਮ੍ਰਿਤ ਛਕਿਆ ਸੀ। ਪਰ ਉਸ ਤੋਂ ਬਾਅਦ ਉਸ ਸਮੇਂ ਸਮਾਜ ਦੇ ਵਿੱਚ ਤਬਦੀਲੀ ਲਿਆਉਣ ਵਾਸਤੇ ਇੱਕ ਲਹਿਰ ਉੱਠੀ ਸੀ ਤੇ ਲਹਿਰਾਂ ਪੰਜਾਬ ਦੇ ਵਿੱਚੋਂ ਹੀ ਉੱਠਦੀਆਂ ਨੇ। ਹਾਲਾਂਕਿ ਉਹ ਬੰਦਾ ਗੁਜਰਾਤ ਦਾ ਸੀ। ਜਿਵੇਂ ਹੁਣ ਵੀ ਇੱਕ ਪੰਜਾਬ ਦੇ ਵਿੱਚ ਲਹਿਰ ਲੈ ਕੇ ਬਾਹਰਲਾ ਬੰਦਾ ਆਇਆ ਸੀ, ਪਰ ਸਾਡੇ ਲੋਕ ਉੱਠ ਕੇ ਤੁਰੇ ਸੀ ਕਿਉਂਕਿ ਸਾਡੇ 'ਚ ਜਨੂਨ ਦਾ ਮਾਦਾ। ਅਸੀਂ ਵੀ ਤੁਰੇ ਸੀ, ਸਾਡੇ ਵੱਡ ਵਡੇਰੇ ਵੀ ਤੁਰੇ ਸੀ। ਦਇਆਨੰਦ ਸਰਸਵਤੀ ਆਉਂਦਾ ਆਰੀਆ ਸਮਾਜ ਦਾ ਮੁੱਢ ਲੈ ਕੇ। ਉਹਨਾਂ ਸਮਿਆਂ ਦੇ ਵਿੱਚ ਸਾਰੇ ਜਿਹੜੇ ਪੁਰਾਣੇ ਸਿੱਖ ਫਿਲਾਸਫਰ ਹੋਏ ਆ, ਜਿਨ੍ਹਾਂ ਨੂੰ ਅੱਜ ਪੂਜਿਆ ਜਾਂਦਾ, ਗਿਆਨੀ ਦਿੱਤ ਸਿੰਘ ਵਰਗੇ, ਗਿਆਨੀ ਗੁਰਮੁਖ ਸਿੰਘ ਵਰਗੇ, ਉਹ ਸਾਰੇ ਲੋਕ ਆਰੀਆ ਸਮਾਜ ਦੇ ਸ਼ਾਮਲ ਹੋਏ ਸੀ। ਮੇਰਾ ਦਾਦਾ ਵੀ ਸ਼ਾਮਲ ਹੋਇਆ ਸੀ। ਤਾਂ ਸਾਰੇ ਬੰਦਿਆਂ ਨੇ ਆਰੀਆ ਸਮਾਜ ਦੇ ਵਿੱਚ ਚਲੇ ਵੀ ਗਏ। ਪਰ ਉਸ ਤੋਂ ਬਾਅਦ ਜਦੋਂ ਸਤਿਆਰਥ ਪ੍ਰਕਾਸ਼ ਕੀ ਆ, ਉਹਨਾਂ ਦਾ ਗ੍ਰੰਥ ਆਉਂਦਾ ਜਿਹਦੇ ਵਿੱਚ ਸਿੱਖਾਂ ਤੇ ਟਿੱਪਣੀ ਕੀਤੀ ਗਈ, ਤਾਂ ਕੁਝ ਬੰਦਿਆਂ ਨੇ ਕੀ ਉੱਥੋਂ ਵਾਪਸੀ ਵੀ ਕੀਤੀ, ਗਿਆਨੀ ਦਿੱਤ ਸਿੰਘ ਵਰਗੇ, ਗੁਰਮੁਖ ਸਿੰਘ ਵਰਗੇ। ਹਾਂ, ਸਾਡੇ ਵੱਡ ਵਡੇਰੇ ਕਿਤੇ ਨਾ ਕਿਤੇ ਉੱਥੇ ਸਟੈਂਡ ਕਰਦੇ ਰਹੇ ਨੇ। ਉਹਨਾਂ ਨੇ ਆਰੀਆ ਸਮਾਜ ਦੇ ਨਾਲ ਉਹ ਤੋਂ ਬਾਅਦ ਵੀ ਜੁੜੇ ਰਹੇ ਆ। ਤੇ ਸਭ ਤੋਂ ਵੱਡਾ ਜਿਹੜਾ ਮੇਰੇ ਤੇ ਐਲੀਗੇਸ਼ਨ ਕੀ ਆ ਲਾਇਆ ਗਿਆ, ਪਿੱਛੇ ਜੇ ਇੱਕ ਭਰਾ ਨੇ ਕਿਹਾ ਸੀ, ਉਹ ਵੀਰ ਨੇ ਕਿਹਾ ਸੀ ਕਿ ਸੰਸਕ੍ਰਿਤ ਭਾਸ਼ਾ ਦਾ ਮੈਂ ਹਮਾਇਤੀ ਸੀ ਤੇ ਪੂਰੇ ਮੁਲਕ ਦੇ ਵਿੱਚ ਇੱਕ ਭਾਸ਼ਾ ਦੀ ਗੱਲ ਕਰਦਾ ਸੀ। ਹਾਂ, ਮੈਂ ਕਰਦਾ ਸੀ, ਪਰ ਉਹ ਮੈਂ ਗੱਲ ਕੀਤੀ ਸੀ ਜਦੋਂ ਮੇਰੀ ਉਮਰ 15 ਸਾਲ ਸੀ। ਗੱਲ ਆ 1923-24 ਦੀ, ਜਦੋਂ ਪੰਜਾਬੀ ਹਿੰਦੀ ਸਾਹਿਤ ਸੰਮੇਲਨ ਹੁੰਦਾ ਤੇ ਜੈ ਚੰਦ ਵਿਦਿਆ ਲੰਕਰ ਹੋਰੇ ਇੱਕ ਲੇਖ ਮੁਕਾਬਲਾ ਕਰਾਉਂਦੇ ਆ, ਜਿਹ 'ਚ ਵਿਸ਼ਾ ਦਿੱਤਾ ਜਾਂਦਾ ਭਾਰਤ ਵਿੱਚ ਭਾਸ਼ਾ ਦਾ ਪਸਾਰਾ। ਉਸ ਸਮੇਂ ਪੂਰੇ ਮੁਲਕ ਦੇ ਵਿੱਚ ਰਾਸ਼ਟਰਵਾਦ ਦੀ ਗੱਲ ਚੱਲਦੀ ਸੀ। ਮੈਂ ਰਾਸ਼ਟਰਵਾਦੀ ਸੀ, ਕੱਟੜ ਰਾਸ਼ਟਰਵਾਦੀ ਸੀ। ਉਸ ਸਮੇਂ ਰਾਸ਼ਟਰਵਾਦੀ ਸੀ। ਹੋ ਸਕਦਾ ਅੱਜ ਦੇ ਸਮੇਂ ਦੇ ਵਿੱਚ ਮੈਂ ਵੀ ਕਿਤੇ ਨਾ ਕਿਤੇ, ਮੈਂ ਕਹਿਣਾ ਖੁਦ ਮੁਖਤਿਆਰੀ ਦੀ ਗੱਲ ਤੁਹਾਡੇ ਨਾਲ ਖੜ ਕੇ ਕਰਦਾ, ਪਰ ਉਸ ਸਮੇਂ ਨਾ ਤਾਂ ਕੋਈ ਮੁਸਲਮਾਨ, ਨਾ ਹਿੰਦੂ, ਨਾ ਸਿੱਖ, ਕੋਈ ਵਖਰੇਵਾਂ ਨਹੀਂ ਸੀ। ਉਸ ਸਮੇਂ ਰਾਸ਼ਟਰਵਾਦ ਕੀ ਆ ਪੂਰੇ ਚਰਮ ਸੀਮਾ ਤੇ ਚੱਲਦਾ ਸੀ। ਇਸੇ ਕਰਕੇ ਮੈਂ ਉਸ ਸਮੇਂ ਦੇ ਵਹਿਣ ਦੇ ਵਿੱਚ ਬਹਿ ਕੇ ਉਹ ਲੇਖ ਵੀ ਲਿਖਿਆ ਤੇ ਉਹਦੇ 'ਚ ਮੈਂ ਇੱਕ ਭਾਸ਼ਾ ਦੀ ਹਮਾਇਤ ਕੀਤੀ ਸੀ। ਮੈਂ ਕਲੀਅਰ ਕੱਟ ਲਿਖਿਆ ਸੀ। ਪਰਮਾਨੰਦ ਜੀ ਮੇਰੇ ਗੁਰੂ ਸੀ, ਜਿਨ੍ਹਾਂ ਤੋਂ ਮੈਂ ਜਿਹੜੇ ਗਦਰ ਪਾਰਟੀ ਨਾਲ ਜੁੜੇ ਸੀ, ਉਹ ਵੀ ਕਿਤੇ ਨਾ ਕਿਤੇ ਆਰੀਆ ਸਮਾਜੀ ਸੀ। ਮੈਂ ਉਹਨਾਂ ਤੋਂ ਵੀ ਬਹੁਤ ਕੁਝ ਕੀਤਾ, ਗ੍ਰਹਿਣ ਕੀਤਾ, ਬਹੁਤ ਕੁਝ ਪ੍ਰਾਪਤ ਕੀਤਾ। ਉਸ ਤੋਂ ਅਗਲਾ ਮੇਰੇ ਤੇ ਜਿਹੜਾ ਸਵਾਲ ਖੜਾ ਕੀਤਾ ਜਾਂਦਾ, ਮੈਂ ਪਹਿਲਾਂ ਇਹੀ ਗੱਲ ਕਰਦਾ ਕਿ ਉਦੋਂ 15 ਸਾਲ 'ਚ ਜਿਹੜਾ ਮੈਂ ਐਸੇ ਲਿਖਿਆ ਸੀ, ਜਿਹ 'ਚ ਭਾਸ਼ਾ ਦੀ ਗੱਲ ਕੀਤੀ ਸੀ, 15 ਸਾਲ ਉਮਰ ਸੀ। ਤੇ ਉਸ ਤੋਂ ਬਾਅਦ ਮੇਰੀ ਮੌਤ ਤੋਂ ਬਾਅਦ ਉਹ ਪ੍ਰਕਾਸ਼ਿਤ ਕੀਤਾ ਜਾਂਦਾ ਅਖਬਾਰਾਂ ਦੇ ਵਿੱਚ, ਜਿਹਨੂੰ ਅੱਜ ਵੀ ਆਧਾਰ ਬਣਾ ਕੇ, ਕਿਉਂਕਿ ਮੈਨੂੰ ਜਿਹੜਾ ਸ਼ਹੀਦ ਦਾ ਦਰਜਾ ਦੋਸਤੋ ਉਹ 90 ਦੇ ਦਹਾਕੇ ਜਾ ਕੇ ਕੀ ਆ ਦੇਣ ਕੀ ਆ ਕੋਸ਼ਿਸ਼ ਕੀਤੀ, ਦਿੱਤਾ ਨਹੀਂ ਅਜੇ ਵੀ। ਸਿਰਫ ਇਸ ਕਰਕੇ ਦਿੱਤਾ ਕਿਉਂਕਿ ਜਿਹੜਾ ਕਤਲੇਆਮ ਪੰਜਾਬ ਦੇ ਵਿੱਚ ਹੋਇਆ ਸੀ ਨਾ, ਉਸ ਨੂੰ ਠੱਲ ਪਾਉਣ ਵਾਸਤੇ ਉਹਨਾਂ ਨੂੰ ਇੱਕ ਪੱਗ ਵਾਲੇ ਸ਼ਹੀਦ ਨੂੰ ਪ੍ਰਮੋਟ ਕੀਤਾ ਗਿਆ। ਮੈਨੂੰ ਪ੍ਰਮੋਟ ਕੀਤਾ, ਉਦੋਂ ਪਹਿਲਾਂ ਨਹੀਂ ਅਪਣਾਇਆ ਸੀ। ਕਾਂਗਰਸ ਮੇਰੀ ਮੁੱਢ ਕਦੀਮ ਤੋਂ ਬੈਰੀ ਰਹੀ ਹੈ, ਕਿਉਂਕਿ ਕਾਂਗਰਸ ਸੱਤਾ ਤਬਦੀਲੀ ਚਾਹੁੰਦੀ ਸੀ ਆਜ਼ਾਦੀ ਤੋਂ ਪਹਿਲਾਂ ਵੀ। ਉਹ ਕਿਸੇ ਤਰ੍ਹਾਂ ਦਾ ਸਮਾਜਿਕ ਤਬਦੀਲੀ ਜਾਂ ਆਰਥਿਕ ਤਬਦੀਲੀ ਨਹੀਂ ਚਾਹੁੰਦੇ ਸੀ। ਉਹ ਸਾਮੰਤਵਾਦ ਵੀ ਰੱਖਣਾ ਚਾਹੁੰਦੇ ਸੀ ਤੇ ਜਿਹੜੇ ਪੂੰਜੀਪਤੀ ਸੀ ਉਹਨਾਂ ਨੂੰ ਵੀ ਉਸੇ ਤਰ੍ਹਾਂ ਰੱਖਣੇ ਚਾਹੁੰਦੇ ਸੀ। ਤੇ ਜਿਹੜੀ ਜਾਤੀਵਾਦ ਆ ਉਹਦੇ ਵੀ ਉਹ ਪੂਰੀ ਤਰ੍ਹਾਂ ਖਿਲਾਫ ਨਹੀਂ ਸੀ, ਜਿਹਦੇ ਮੈਂ ਖਿਲਾਫ ਡਟ ਕੇ ਆਪਣੀ ਆਵਾਜ਼ ਚੱਕੀ ਹੈ। ਤੇ ਕੀਰਤੀ ਮੈਗਜ਼ੀਨ ਤੇ ਮਤਵਾਲਾ ਮੈਗਜ਼ੀਨ 'ਚ ਮੇਰੀਆਂ ਗੱਲਾਂ ਛਪੀਆਂ ਹੋਈਆਂ ਨੇ, ਉਹਨਾਂ ਟਾਈਮਾਂ 'ਚ ਛਪੀਆਂ ਹੋਈਆਂ ਨੇ। ਇਸ ਕਰਕੇ ਮੈਂ ਇੱਕੋ ਗੱਲ ਕਹਿਣਾ ਕਿ ਉਸ ਸਮੇਂ 15 ਸਾਲ ਦੀ ਸਮਝ ਮੁਤਾਬਕ ਮੈਂ ਗੱਲ ਕੀਤੀ। ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਮੇਰੀ ਸਮਝ ਨੇ ਦੋਸਤੋ ਕ੍ਰਾਂਤੀ, ਵਿਸ਼ਵ ਕ੍ਰਾਂਤੀ ਦੇ ਇਤਿਹਾਸ ਸਮਝਿਆ, ਤਾਂ ਉਸ ਤੋਂ ਬਾਅਦ ਜਿਹੜੀਆਂ ਮੈਂ ਗੱਲਾਂ ਕੀਤੀਆਂ ਉਹਦੇ ਸੰਦਰਭ ਦੇ ਵਿੱਚ ਤੁਹਾਡੇ ਕੱਲੇ ਐਲੀਗੇਸ਼ਨ ਜਿਹੜਾ ਮੇਰੇ ਤੇ ਦੋਸ਼ ਲਾਇਆ ਗਿਆ, ਉਹਦੇ ਸੰਬੰਧ ਦੇ ਵਿੱਚ ਮੈਂ ਤੁਹਾਡੇ ਕਟਹਿਰੇ 'ਚ ਅੱਜ ਜਵਾਬ ਦੇਣ ਲੱਗਿਆ। ਮੈਂ ਜਿਉਣਾ ਕਿਉਂਕਿ ਮੇਰਾ ਵਿਚਾਰ ਅਜੇ ਮਰਿਆ ਨਹੀਂ, ਤੇ ਮੈਂ ਮੁਰਦਿਆਂ ਨੂੰ ਜਿਹੜੇ ਜ਼ਮੀਰ ਤੌਰ ਤੇ ਮਰ ਚੁੱਕੇ ਉਹਨਾਂ ਨੂੰ ਜਵਾਬ ਦੇਣ ਲੱਗਿਆ, ਜਿਹੜੇ ਆਪਦੇ ਆਪ ਨੂੰ ਅਖੌਤੀ ਸਿੱਖ ਵਿਦਵਾਨ ਕਹਾਉਂਦੇ ਆ। ਹੁਣ ਅਗਲੀ ਜਿਹੜੀ ਗੱਲ ਆ ਦੋਸਤੋ, ਮੈਨੂੰ ਸਾਂਡਰਸ ਦੇ ਮੁੱਦੇ ਦੇ ਉੱਤੇ ਵੀ ਕੀ ਆ ਸਵਾਲ ਚੁੱਕੇ ਗਏ ਸੀ ਤੇ ਦਲਿਤ ਵਰਗ ਵੱਲੋਂ ਇੱਕ ਭਰਾ ਨੇ ਕਿਹਾ ਸੀ ਕਿ ਦਲਿਤਾਂ ਵਾਸਤੇ ਭਗਤ ਸਿੰਘ ਨੇ ਕੀ ਗੱਲ ਕਹੀ ਹੈ, ਮੈਂ ਉਹਦੀ ਗੱਲ ਕਰਦਾ। ਦਰਅਸਲ ਦੋਸਤੋ ਸਾਂਡਰਸ ਨੂੰ ਮੈਂ ਕੋਈ ਕਮਿਊਨਲ ਮੁੱਦੇ ਤੇ ਗੋਲੀ ਨਹੀਂ ਮਾਰੀ ਸੀ। ਮੈਂ ਮੰਨਦਾ ਕਿ 1928 ਜਿਹੜਾ ਸਾਈਮਨ ਕਮਿਸ਼ਨ ਆਇਆ ਸੀ, ਉਹ ਉਸ ਦਲਿਤਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਖਾਤਰ ਆਇਆ ਸੀ ਤੇ ਮੈਂ ਉਹਨਾਂ ਦੇ ਹੱਕ ਦਿਵਾਉਣ ਦੇ ਪੱਖ ਦੇ ਵਿੱਚ ਸੀ। ਉਹਦੀ ਮੈਂ ਜ਼ਿਕਰ ਕਰੂੰ ਤੇ ਸਬੂਤ ਵੀ ਦੱਸ ਦਿੰਨਾ, ਪਰ ਉਸ ਤੋਂ ਪਹਿਲਾਂ ਮੈਂ ਦੱਸਦਾ ਮੈਂ ਕਿ ਕਮਿਊਨਲ ਅਵਾਰਡ ਤੋਂ ਮੈਂ ਨਾਰਾਜ਼ ਹੋ ਕੇ ਉਹ ਕਾਰਵਾਈ ਨਹੀਂ ਕੀਤੀ ਸੀ, ਬਲਕਿ ਉਹ ਕਾਰਵਾਈ ਕਰਨ ਦੀ ਮਜਬੂਰੀ ਇਹ ਸੀ ਕਿ ਭਾਰਤੀ ਜਿਹੜੇ ਲੋਕ ਸੀ ਉਸ ਸਮੇਂ, ਉਹਨਾਂ ਲੋਕਾਂ ਦੇ ਸਵੈਮਾਨ ਵਾਸਤੇ ਉਹ ਐਕਸ਼ਨ ਕਰਨਾ ਬਹੁਤ ਜ਼ਰੂਰੀ ਸੀ। ਕਿਉਂਕਿ ਇੰਨਾ ਕੁ ਸਾਨੂੰ ਕੀ ਆ ਲੋਕਾਂ ਦੇ ਵਿੱਚ ਮੈਂ ਕਿ ਦਬਿਆਪਣ ਮਹਿਸੂਸ ਕਰਦੇ ਸੀ ਲੋਕ, ਤੇ ਉਦੋਂ ਉਹ ਕਾਰਵਾਈ ਕਰਨੀ ਮੈਨੂੰ ਮੁਨਾਸਿਬ ਲੱਗੀ। ਉਹਦੇ ਸਬੰਧ ਦੇ ਵਿੱਚ ਅਸੀਂ ਜਰਨਲ ਸਕਾਟ ਮਾਰਨਾ ਸੀ, ਗਲਤੀ ਨਾਲ ਸਾਂਡਰਸ ਨੂੰ ਕੀ ਆ ਘੇਰਾ ਪਾਇਆ ਗਿਆ, ਸਾਂਡਰਸ ਨੂੰ ਅਸੀਂ ਮਾਰਿਆ। ਪਰ ਉਹਦੇ ਸਬੰਧ ਦੇ ਵਿੱਚ ਇੱਕ ਅਸੀਂ ਬਕਾਇਦਾ ਕੰਧਾਂ ਦੇ ਉੱਤੇ ਇੱਕ ਪਰਚਾ ਲਾਇਆ ਸੀ ਜਿਹਦਾ ਟਾਈਟਲ ਰੱਖਿਆ ਗਿਆ ਸੀ ਖੂਨ ਦਾ ਬਦਲਾ ਖੂਨ, ਜਿਹਦੇ ਵਿੱਚ ਅਸੀਂ ਗੱਲ ਕਹੀ ਸੀ ਕਿ ਸਾਨੂੰ ਇੱਕ ਆਦਮੀ ਦੀ ਹੱਤਿਆ ਕਰਨ ਦਾ ਦੁੱਖ ਆ, ਪਰ ਉਹ ਆਦਮੀ ਨਿਰਦਈ ਤੇ ਬੇਇਨਸਾਫ ਪ੍ਰਣਾਲੀ ਦਾ ਇੱਕ ਪੁਰਜਾ ਸੀ ਜਿਸ ਨੂੰ ਖਤਮ ਕਰ ਦੇਣਾ ਜ਼ਰੂਰੀ ਹੋ ਜਾਂਦਾ। ਇਸ ਆਦਮੀ ਦੀ ਹੱਤਿਆ ਬ੍ਰਿਟਿਸ਼ ਸਾਮਰਾਜ ਦੇ ਕਰਿੰਦੇ ਦੇ ਰੂਪ ਦੇ ਵਿੱਚ ਕੀਤੀ ਗਈ ਆ। ਇਹ ਸਰਕਾਰ ਸੰਸਾਰ ਦੀ ਸਭ ਤੋਂ ਅਤਿਆਚਾਰੀ ਸਰਕਾਰ ਹੈ ਤੇ ਮਨੁੱਖ ਦਾ ਖੂਨ ਵਗਾਉਣ ਦਾ ਸਾਨੂੰ ਦੁੱਖ ਜ਼ਰੂਰ ਆ, ਪਰ ਕ੍ਰਾਂਤੀ ਦੀ ਬੇਦੀ ਤੇ ਖੂਨ ਵਹਾਉਣਾ ਜ਼ਰੂਰੀ ਹੋ ਜਾਂਦਾ ਹੈ।
ਤੇ ਅਸੀਂ ਉਸ ਸਮੇਂ ਕੰਧਾਂ ਤੇ ਲਾ ਕੇ ਗੱਲ ਦਾ ਕੀ ਹੈ ਇਨਸਾਫ ਕੀਤਾ ਸੀ, ਅਸੀਂ ਮੰਨੇ ਸੀ। ਉਸ ਤੋਂ ਬਿਨਾਂ ਦੋਸਤੋ ਕਈ ਸੋਚਦਾ ਕਿ ਲਾਲਾ ਲਾਜਪਤ ਰਾਏ ਨਾਲ ਖਾਨੀ ਮੋਹ ਦੇ ਵਿੱਚ ਭਿੱਜ ਕੇ ਮੈਂ ਉਹ ਕੀਤਾ ਸੀ, ਪਰ ਉਸ ਸਮੇਂ ਮੈਂ ਤਾਂ ਲਾਲਾ ਲਾਜਪਤ ਰਾਏ ਨੂੰ ਸਵਾਲ ਖੜੇ ਕਰਦਾ ਰਿਹਾ। ਲਾਲਾ ਲਾਜਪਤ ਰਾਏ ਜਿਹੜਾ ਕੱਟੜ ਹਿੰਦੂਵਾਦੀ ਸੋਚ ਰੱਖ ਕੇ ਕੀ ਆ ਉਸੇ ਸਾਂਚੇ ਦੇ ਵਿੱਚ ਕੀ ਆ ਢਲਿਆ ਹੋਇਆ ਸੀ ਹਿੰਦੂਵਾਦ ਦੇ। ਜਿਵੇਂ ਮੈਨੂੰ ਕੁਝ ਭਰਾਵਾਂ ਨੇ ਨਾ ਧਰਮ ਦੇ ਕੀ ਇੱਕ ਸੈਂਚੇ 'ਚ ਪਾ ਕੇ ਪਰਖਣ ਦੀ ਕੋਸ਼ਿਸ਼ ਕੀਤੀ ਹੁਣ ਦੇ ਸਿੱਖ ਵਿਦਵਾਨਾਂ ਨੇ, ਮੈਂ ਉਹ 'ਚ ਫਿੱਟ ਨਹੀਂ ਹੁੰਦਾ ਕਿਉਂਕਿ ਮੈਂ ਨਾਸਤਕ ਹਾਂ। ਤੇ ਕਿਉਂ ਨਾਸਤਕ ਹਾਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਦਾ, ਜਵਾਬ ਦੇਵਾਂਗਾ। ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਕਿ ਮਿਸ ਐਗਨਸ ਮੈਡਲੀ ਨੇ ਜਿਹੜਾ ਲੇਖ ਕੀ ਹੈ ਇੱਕ ਲਾਲਾ ਜੀ ਨੂੰ ਛਪਾਉਣ ਵਾਸਤੇ ਭੇਜਿਆ ਸੀ, ਉਹਦੇ 'ਚ ਕੀ ਆ ਉਹਨੇ ਮੰਗ ਕੀਤੀ ਸੀ ਐਡਲੀ ਨੇ, ਉਹਨੇ ਇੱਕ ਕਿਹਾ ਸੀ ਕਿ ਭਾਰਤ ਦੇ ਵਿੱਚ ਤਬਦੀਲੀ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਆ, ਉਹ ਸਾਮਰਾਜਵਾਦ ਦੀ ਕੀ ਆ ਪੱਖੀ ਸੀ। ਪਰ ਉਹ ਜਿਹੜਾ ਲੇਖ ਸੀ ਉਹਨੂੰ ਛਾਪਣ ਤੋਂ ਲਾਲਾ ਜੀ ਨੇ ਜਵਾਬ ਦਿੱਤਾ ਤੇ ਉਹਦੇ ਤੇ ਮੈਂ ਲਾਲਾ ਜੀ ਨੂੰ ਸਵਾਲ ਕੀਤਾ ਸੀ ਕਿਉਂਕਿ ਲਾਲਾ ਜੀ ਕਹਿੰਦੇ ਹੁੰਦੇ ਸੀ, ਲਾਲਾ ਹਰਦਿਆਲ ਦੀ ਗੱਲ ਕਰਦਾ, ਉਹ ਕਹਿੰਦੇ ਹੁੰਦੇ ਸੀ ਕਿ ਮੈਂ ਅੰਦਰਲੇ ਚਾਨਣ ਦੇ ਨਾਲ ਲਿਖਦਾ। ਤੇ ਮੈਂ ਸਵਾਲ ਕੀ ਖੜਾ ਕੀਤਾ, ਗੌਰ ਕਰਿਓ, ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਲਾਲਾ ਜੀ ਇਹ ਅੰਦਰਲਾ ਚਾਨਣ ਕਿਤੇ ਅੰਦਰਲੀ ਕਮਜ਼ੋਰੀ ਤਾਂ ਨਹੀਂ ਬਣ ਗਿਆ। ਅਸਲ ਗੱਲ ਇਹ ਆ ਕਿ ਲਾਲਾ ਜੀ ਇੱਕ ਕਰਕੇ ਆਪਣੇ ਅਸੂਲ ਆ ਜਿਹੜੇ ਉਹਨਾਂ ਨੂੰ ਛੱਡ ਰਹੇ ਨੇ। ਜਿਹੜਾ ਲਾਲਾ ਪੈਰ ਪੈਰ ਤੇ ਠੇਡੇ ਖਾਂਦਾ, ਮੁਆਫੀ ਵਾਰ-ਵਾਰ ਮੰਗਦਾ, ਗਲਤੀਆਂ ਕਰਦਾ, ਉਹ ਲਾਲਾ ਨੌਜਵਾਨਾਂ ਦੀ ਅਗਵਾਈ ਕਿੱਦਾਂ ਕਰ ਸਕਦਾ। ਇਹ ਗੱਲ ਮੈਂ ਉਸ ਸਮੇਂ ਦੇ ਵਿੱਚ ਖੜੀ ਕੀਤੀ ਸੀ। ਕੀਰਤੀ ਮੈਗਜ਼ੀਨ ਦੇ ਵਿੱਚ ਉਹ ਗੱਲ ਛਪੀ ਹੋਈ ਆ। ਸੱਚ ਪੁੱਛੋ ਤਾਂ ਪੰਜਾਬ ਕੇਸਰੀ ਮੈਂ ਲਿਖਿਆ ਸੀ ਕਿ ਬੁੱਢਾ ਹੋ ਗਿਆ, ਇਹਦੇ ਭਿਆਨਕ ਦੰਦ ਝੜ ਗਏ ਆ, ਇਹਦੀਆਂ ਨੌਂਦਰਾਂ ਨੌਕਰਸ਼ਾਹੀ ਨੂੰ ਡਰਾਉਣ ਵਾਲੀਆਂ ਉਹ ਖੁੰਡੀਆਂ ਹੋ ਗਈਆਂ ਨੇ ਤੇ ਲਾਲਾ ਪਹਿਲਾਂ ਵਾਲਾ ਨਹੀਂ ਰਿਹਾ। ਉਹ ਲਾਲਾ ਹਿਸਾਬੀ ਕਿਤਾਬੀ ਨਹੀਂ ਸੀ, ਉਹ ਲਾਲਾ ਮਰ ਗਿਆ। ਇਹ ਲਾਲਾ ਸਾਨੂੰ ਨਸੀਹਤਾਂ ਦੇਣ ਜੋਗਾ ਹੀ ਰਹਿ ਗਿਆ। ਬਦਲਤਾ ਹੈ ਰੰਗ ਆਸਮਾਂ ਕੈਸੇ ਕੈਸੇ, ਮੈਂ ਲਾਲਾ ਜੀ ਨੂੰ ਸਵਾਲ ਖੜਾ ਕਰਕੇ ਇੱਕ ਗੱਲ ਪੁੱਛੀ ਸੀ। ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਜਿਹੜੇ ਕਈ ਦਲਿਤ ਸਮਾਜ ਨਾਲ ਜੁੜੇ ਹੋਏ ਭਰਾ ਗੱਲ ਕਰਦੇ ਆ, ਮੈਂ ਉਹਨਾਂ ਬਾਰੇ ਦੱਸ ਦਿੰਦਾ ਕਿ ਉਹਨਾਂ ਸਮਿਆਂ ਦੇ ਵਿੱਚ ਇੱਕ ਮੈਗਜ਼ੀਨ 'ਚ ਮੈਂ ਦਲਿਤ ਭਰਾਵਾਂ ਦੇ ਵਾਸਤੇ ਲਿਖਿਆ ਸੀ। ਹੁਣ ਗੱਲ ਗੌਰ ਕਰਿਓ ਇਹਦੇ ਤੇ, ਖਾਸ ਕਰਕੇ ਜਿਹੜੇ ਗਾਂਧੀਵਾਦੀ ਸੋਚ ਵਾਲੇ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਕੀ ਆ, ਹੁਣ ਸਵਾਲ ਕੀਤਾ ਗਿਆ ਸੀ ਕਿ ਗਾਂਧੀ ਨੇ ਕਿਉਂ ਨਹੀਂ ਕਿਹਾ ਜੀ ਭਗਤ ਸਿੰਘ ਬਾਰੇ ਕਿਉਂ ਨਹੀਂ ਛਡਾਇਆ, ਹੁਣ ਸੁਣ ਲਓ ਕਿਉਂ ਨਹੀਂ ਛਡਾਇਆ। ਉਹਦਾ ਜਵਾਬ ਵੀ ਆ। ਤੇ ਦਲਿਤ ਭਰਾਵਾਂ ਨੂੰ ਵੀ ਮੈਂ ਇੱਕ ਗੱਲ ਕਹਿਣਾ ਕਿ ਮੈਂ ਕਿਹਾ ਸੀ ਕਿ ਮੇਰੀ ਮੈਗਜ਼ੀਨ ਦੇ ਵਿੱਚ ਲਿਖੀ ਹੋਈ ਗੱਲ ਹੈ 1930 ਦੇ ਵਿੱਚ ਛਪੀ ਹੋਈ। ਮੈਂ ਕਹਿਣਾ ਕਿ ਅਸੀਂ ਤਾਂ ਸਮਝਦੇ ਹਾਂ ਕਿ ਦਲਿਤ ਜਿਹੜੇ ਹੈਗੇ ਆ ਉਹਨਾਂ ਵੱਲੋਂ ਖੁਦ ਨੂੰ ਵੱਖਰਿਆ ਜਥੇਬੰਦਕ ਕਰਨਾ ਅਤੇ ਮੁਸਲਮਾਨਾਂ ਦੇ ਬਰਾਬਰ ਗਿਣਤੀ ਹੋਣ ਦੇ ਕਾਰਨ ਉਹਨਾਂ ਦੇ ਬਰਾਬਰ ਅਧਿਕਾਰਾਂ ਦੀ ਮੰਗ ਕਰਨਾ ਬਹੁਤ ਆਸ਼ਾਜਨਕ ਸੰਦੇਸ਼ ਆ। ਜਾਂ ਤਾਂ ਸੰਪਰਦਾਇਕ ਭੇਦਭਾਵ ਦਾ ਝੰਜਟ ਖਤਮ ਕਰੋ, ਨਹੀਂ ਤਾਂ ਉਹਨਾਂ ਦੇ ਵੱਖਰੇ ਅਧਿਕਾਰ ਉਹਨਾਂ ਨੂੰ ਦਿਓ। ਇਹ ਮੈਂ ਦਲਿਤ ਭਰਾਵਾਂ ਵਾਸਤੇ ਗੱਲ ਕਹੀ ਸੀ। ਹੁਣ ਮਹਾਤਮਾ ਗਾਂਧੀ ਨੇ ਕਮਿਊਨਲ ਅਵਾਰਡ ਜਿਹੜਾ ਕਿ 1928 ਦੀ ਮੈਂ ਗੱਲ ਕਰਦਾ ਸਾਈਮਨ ਕਮਿਸ਼ਨ ਦੀ, ਉਹਦੇ ਮੁਤਾਬਕ ਮੁਸਲਮਾਨ ਸਿੱਖ ਤੇ ਜਿਹੜੇ ਈਸਾਈ ਭਾਈਚਾਰੇ ਨੂੰ ਉਹ ਵੱਖਰੇ ਪ੍ਰਤੀਨਿਧ ਚੁਣਨ ਵਾਸਤੇ ਜਿਹੜਾ ਅਖਤਿਆਰ ਦੇਣਾ ਚਾਹੁੰਦੇ ਸੀ ਅੰਗਰੇਜ਼, ਉਹਦੇ ਨਾਲ ਤਾਂ ਗਾਂਧੀ ਜੀ ਸਹਿਮਤ ਸੀ। ਪਰ ਉਹਨਾਂ ਨੇ ਦਲਿਤਾਂ ਨੂੰ ਅਧਿਕਾਰ ਨਾ ਦੇਣ ਦੇ ਇਹੋ ਜਿਹੇ ਰੂਪ ਦੇ ਵਿੱਚ ਦੋਸਤੋ ਮਰਨ ਵਰਤ ਰੱਖਿਆ ਸੀ। ਦਲਿਤਾਂ ਨੂੰ ਅਧਿਕਾਰ ਨਾ ਮਿਲ ਜੇ ਉਹਦੇ ਵਾਸਤੇ ਮਰਨ ਵਰਤ ਰੱਖਿਆ ਗਿਆ। ਤੇ ਮਰਨ ਵਰਤ ਕਿਉਂ ਰੱਖਿਆ ਸੀ? ਗਾਂਧੀ ਦੋਸਤੋ ਛੂਤ ਅਛੂਤ ਨੂੰ ਖਤਮ ਕਰਨਾ ਚਾਹੁੰਦਾ ਸੀ, ਪਰ ਜਾਤੀਵਾਦ ਦੇ ਪੱਖ ਦੇ ਵਿੱਚ ਸੀ ਗਾਂਧੀ। ਇਹ ਪੁਰਾਣੇ ਟਾਈਮ ਦੇ ਵਿੱਚ ਤੁਸੀਂ ਪੁਰਾਣੀਆਂ ਲਿਖਤਾਂ ਵੀ ਪੜ੍ਹ ਕੇ ਦੇਖ ਸਕਦੇ ਹੋ। ਹੁਣ ਕਾਂਗਰਸ ਨੇ ਉਦੋਂ ਨਾਅਰਾ ਦਿੱਤਾ ਸੀ, ਕਹਿੰਦੇ ਅੰਗਰੇਜ਼ ਪਾੜੋ ਤੇ ਰਾਜ ਕਰੋ ਦੀ ਨੀਤੀ ਚਲਾ ਰਹੇ ਆ। ਪਰ ਉਹ ਨਾ ਤਾਂ ਸਿੱਖਾਂ ਨੂੰ, ਨਾ ਮੁਸਲਮਾਨਾਂ ਨੂੰ, ਨਾ ਈਸਾਈਆਂ ਨੂੰ ਵੰਡਦੇ ਸੀ, ਬਲਕਿ ਉਹ ਦਲਿਤਾਂ ਨੂੰ ਹਿੰਦੂਆਂ ਤੋਂ ਵੱਖਰਾ ਕਰਨਾ ਲੋਚਦੇ ਸੀ। ਰੌਲਾ ਕੀ ਸੀ? ਉਦੋਂ ਗਾਂਧੀ ਵਰਗੇ ਦੋਸਤੋ ਮੈਜੋਰਟੀ ਰੱਖਣਾ ਚਾਹੁੰਦੇ ਸੀ। ਇਸੇ ਕਰਕੇ ਜਿਹੜਾ ਦਲਿਤ ਵਰਗ ਜਿਹੜਾ ਅੱਜ ਵੀ 52% ਆ, ਉਹਨੂੰ ਦੋਸਤੋ ਉਹ ਆਪਣੇ ਨਾਲ ਰੱਖਣਾ ਚਾਹੁੰਦੇ ਸੀ, ਪਰ ਹੱਕ ਨਹੀਂ ਦੇਣਾ ਚਾਹੁੰਦੇ ਸੀ। ਛੂਤ ਛੂਤ ਖਤਮ ਕਰਾਂਗੇ ਪਰ ਜਾਤੀਵਾਦ ਖਤਮ ਕਰਨਾ ਨਹੀਂ ਚਾਹੁੰਦੇ ਸੀ, ਸਿਰਫ ਹਿੰਦੂਆਂ ਦੀ ਮੈਜੋਰਟੀ ਬਣਾਉਣ ਵਾਸਤੇ ਤੇ ਸੱਤਾ ਹਥਿਆਉਣ ਵਾਸਤੇ। ਕਿਉਂਕਿ ਉਹ ਸਮਾਜਿਕ ਤੇ ਦੋਸਤੋ ਆਰਥਿਕ ਤਬਦੀਲੀ ਨਹੀਂ ਚਾਹੁੰਦੇ ਸੀ। ਉਹ ਕੱਲੀ ਤਬਦੀਲੀ ਕਿਹੜੀ ਚਾਹੁੰਦੇ ਸੀ? ਸੱਤਾ ਦੀ ਤਬਦੀਲੀ ਦੇ ਭੁੱਖੇ ਸੀਗੇ ਕਾਂਗਰਸੀ ਸੀ ਜਿਹੜੇ ਉਸ ਸਮੇਂ ਦੇ। ਹੁਣ ਆਜ਼ਾਦੀ ਦੀ ਇੱਛਾ ਰੱਖਣ ਵਾਲੇ ਖੁਦ, ਮੈਂ ਇਹ ਗੱਲ ਦਲਿਤਾਂ ਭਰਾਵਾਂ ਬਾਰੇ ਉਦੋਂ ਲਿਖੀ ਸੀ ਕਿ ਆਜ਼ਾਦੀ ਦੀ ਇੱਛਾ ਰੱਖਣ ਵਾਲਿਆਂ ਨੂੰ ਖੁਦ ਯਤਨ ਕਰਨਾ ਚਾਹੀਦਾ। ਇਨਸਾਨ ਨੂੰ ਹੌਲੀ ਹੌਲੀ ਕੁਝ ਅਜਿਹੀਆਂ ਆਦਤਾਂ ਪੈ ਗਈਆਂ ਕਿ ਉਹ ਆਪਣੇ ਲਈ ਤਾਂ ਵਧੇਰੇ ਅਧਿਕਾਰ ਚਾਹੁੰਦਾ, ਪਰੰਤੂ ਆਪਣੇ ਹੇਠਲਿਆਂ ਨੂੰ ਆਪਣੀ ਜੁੱਤੀ ਦੀ ਨੋਕ ਥੱਲੇ ਰੱਖਣਾ ਚਾਹੁੰਦਾ। ਅੱਜ ਵੀ ਪਾਰਟੀਆਂ ਦੇ ਵਿੱਚ ਇਹ ਕੰਮ ਚੱਲਦਾ। ਅੱਜ ਵੀ ਪਾਰਟੀਆਂ ਜਿਹੜੇ ਮੈਂ ਕਿ ਤੁਹਾਡੇ ਜਿਹੜੇ ਦਲਿਤ ਵਰਗ ਦੇ ਜਿਹੜੇ ਭਰਾ ਹੁੰਦੇ ਆ, ਜਿਹੜੇ ਉੱਥੇ ਪ੍ਰਤੀਨੇਤਾ ਲੈਣ ਪਹੁੰਚਦੇ, ਉਹਨਾਂ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਹੀ ਰੱਖਿਆ ਜਾਂਦਾ, ਚਾਹੇ ਅਕਾਲੀ ਆ ਚਾਹੇ ਕਾਂਗਰਸੀ ਆ। ਉਹਨਾਂ ਵੱਲੋਂ ਜਥੇਬੰਦਕ ਹੋ ਕੇ ਆਪਣੇ ਪੈਰਾਂ ਤੇ ਖੜੇ ਹੋ ਕੇ ਪੂਰੇ ਸਮਾਜ ਨੂੰ ਚੁਣੌਤੀ ਦੇ ਦਿਓ, ਫੇਰ ਵੇਖਣਾ ਕੋਈ ਵੀ ਤੁਹਾਨੂੰ ਤੁਹਾਡੇ ਅਧਿਕਾਰ ਦੇਣ ਤੋਂ ਇਨਕਾਰ ਕਰਨ ਦੀ ਜੁਰਤ ਨਹੀਂ ਕਰ ਸਕਦਾ। ਇਹ ਦਲਿਤ ਭਰਾਵਾਂ ਨੂੰ ਮੈਂ ਅੱਜ ਵੀ ਕਹਿਣਾ ਦੋਸਤੋ, ਅੱਜ ਵੀ ਉਹਨਾਂ ਵਾਸਤੇ ਇਹੀ ਜਿਹੜਾ ਮੈਂ ਕਿ ਗੱਲ ਕਹਿਣਾ ਕਿ ਤੁਹਾਨੂੰ ਅੱਜ ਵੀ ਖੜੇ ਹੋ ਕੇ ਜੁਰਤ ਕਰਨੀ ਪਊ ਆਪਣੇ ਹੱਕਾਂ ਖਾਤਰ। ਤੁਹਾਡੀ ਗਿਣਤੀ 52% ਆ, ਪਰ ਤੁਹਾਨੂੰ ਚਾਹੁੰਦਾ ਕੌਣ ਨਹੀਂ? ਜਿਹੜਾ ਵਰਗ ਨਹੀਂ ਚਾਹੁੰਦਾ ਉਹ ਤੁਸੀਂ ਸਾਰੇ ਜਾਣਦੇ ਹੋ। ਹੁਣ ਦੂਸਰੀ ਗੱਲ, ਅਸੈਂਬਲੀ ਦੇ ਵਿੱਚ ਬੰਬ ਸਿੱਟਣ ਦੀ ਗੱਲ ਕਰਦੇ ਆ। ਕਹਿੰਦੇ 8 ਅਪ੍ਰੈਲ 1929 ਨੂੰ ਮੈਂ ਅਸੈਂਬਲੀ 'ਚ ਬੰਬ ਸੁੱਟਿਆ ਸੀ, ਮੈਂ ਕੋਈ ਬੰਦਾ ਮਾਰਨ ਖਾਤਰ ਨਹੀਂ। ਹਾਂ, ਫਰਾਂਸ ਦਾ ਇਨਕਲਾਬੀ ਬਲਿੰਟ ਨੇ ਦੋਸਤੋ ਇਹ ਕਾਰਵਾਈ ਕੀਤੀ ਸੀ, ਉਹ ਤੋਂ ਪ੍ਰੇਰਿਤ ਹੋ ਕੇ ਮੈਂ ਉਹ ਬੰਬ ਸਿੱਟਿਆ ਸੀ। ਤੇ ਉਸ ਬੰਬ ਨੂੰ ਸਿੱਟ ਕੇ
ਅਸੀਂ ਧੂਏ ਵਾਲਾ ਬੰਬ ਸਿੱਟ ਕੇ ਸਿਰਫ ਬੋਲਿਆਂ ਨੂੰ ਸੁਣਾਉਣ ਲਈ ਗਰਜ ਦੀ ਲੋੜ ਆ ਜਿਹੜਾ ਬਲਿੰਟ ਨੇ ਕਿਹਾ ਸੀ ਉਸੇ ਵਿਸ਼ੇ ਨੂੰ ਦੋਸਤੋ ਕੀ ਆ ਚੱਕਿਆ ਸੀ, ਕਿਉਂਕਿ ਸਾਡੀ ਗੱਲ ਲੋਕਾਂ 'ਚ ਪਹੁੰਚਾਉਣ ਵਾਸਤੇ ਸਾਡੇ ਕੋਲੇ ਕੋਈ ਮਾਧਿਅਮ ਨਹੀਂ ਸੀ। ਤੁਹਾਡੇ ਕੋਲੇ ਬਹੁਤ ਮਾਧਿਅਮ ਨੇ, ਪਰ ਤੁਸੀਂ ਗੱਲ ਹੀ ਨਹੀਂ ਕਰਨਾ ਚਾਹੁੰਦੇ। ਪਰ ਉਹਨਾਂ ਸਮਿਆਂ ਦੇ ਵਿੱਚ ਸਾਰਾ ਕੰਟਰੋਲ ਸਟੇਟ ਦੇ ਅੰਡਰ ਸੀ, ਅਸੀਂ ਕੁਝ ਵੀ ਨਹੀਂ ਕਰਕੇ ਦੇਖ ਸਕਦੇ ਸੀ। ਇਸ ਕਰਕੇ ਸਾਡੀ ਆਪਣੀ ਆਵਾਜ਼ ਚੱਕਣ ਵਾਸਤੇ ਸਾਨੂੰ ਵੱਡਾ ਐਕਸ਼ਨ ਕਰਨ ਦੀ ਲੋੜ ਸੀ। ਤੇ ਉਸ ਸਮੇਂ ਜਿਹੜੇ 2 ਕਾਨੂੰਨ ਲਿਆਂਦੇ ਗਏ ਸੀ, ਇੱਕ ਤਾਂ ਲਿਆਂਦਾ ਗਿਆ ਸੀ ਪਬਲਿਕ ਸੇਫਟੀ ਬਿੱਲ ਤੇ ਟ੍ਰੇਡ ਯੂਨੀਅਨ ਬਿੱਲ, ਠੀਕ ਹੈ, ਟ੍ਰੇਡ ਡਿਸਪਿਊਟ ਬਿੱਲ। ਟ੍ਰੇਡ ਡਿਸਪਿਊਟ ਬਿੱਲ ਇਹ ਸੀ ਕਿ ਜਿੱਥੇ ਵੀ ਕੋਈ ਮੰਨ ਲਓ ਚੱਲਦੀ ਆ ਫੈਕਟਰੀ, ਉੱਥੇ ਕੋਈ ਵੀ ਮਜ਼ਦੂਰ ਇਕੱਠੇ ਹੋ ਕੇ ਆਪਣੇ ਹੱਕਾਂ ਖਾਤਰ ਇਕੱਠੇ ਨਹੀਂ ਹੋ ਸਕੇ, ਸੰਗਠਿਤ ਹੋਣ ਦੇ ਵਿਰੁੱਧ ਕਾਨੂੰਨ ਪਾਸ ਕੀਤਾ। ਤੇ ਪਬਲਿਕ ਸੇਫਟੀ ਬਿੱਲ ਦੇ ਵਿੱਚ ਦੋਸਤੋ ਜਿਵੇਂ ਅੱਜ ਵੀ ਪਿੱਛੇ ਜੇ ਹੋਣ ਵਾਲੇ ਜਿਹੜੇ ਸਰਮਾਏਦਾਰ ਲੋਕ ਨੇ, ਜਿਹੜੀਆਂ ਅੱਜ ਵੀ ਸਰਕਾਰਾਂ ਨੇ, ਉਹ ਵੀ ਕਾਨੂੰਨ ਘੜ ਰਹੀਆਂ ਨੇ ਤਾਂ ਕਿ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਜੇਲ੍ਹਾਂ 'ਚ ਸਿੱਟਿਆ ਜਾਵੇ, ਜਿਵੇਂ ਮੁਹੰਮਦ ਜਵੇਰ ਨੂੰ ਹੁਣ ਸਿੱਟਿਆ। ਤਾਂ ਉਹ ਜਿਹੜੇ ਲੋਕ ਚਾਹੁੰਦੇ ਨੇ, ਉਹ ਉਹਨਾਂ ਸਮਿਆਂ 'ਚ ਅੰਗਰੇਜ਼ ਵੀ ਚਾਹੁੰਦੇ ਸੀ ਕਿ ਜਿਹੜੀ ਮਰਜ਼ੀ ਕਾਰਵਾਈ ਕਰੀਏ ਪਬਲਿਕ ਸੇਫਟੀ ਦੇ ਅੰਡਰ, ਜਿਹੜੇ ਮਰਜ਼ੀ ਬੰਦੇ ਨੂੰ ਚੱਕ ਕੇ ਜਿਹੜਾ ਸਾਡੇ ਖਿਲਾਫ ਬਾਗੀ ਸੋ ਰੱਖਦਾ ਉਹਨੂੰ ਜੇਲ੍ਹ 'ਚ ਸਿੱਟਿਆ ਜਾਵੇ, ਕੋਈ ਪੁੱਛ ਪ੍ਰਤੀਤ ਨਾ ਹੋਵੇ ਤੇ ਲੋਕ ਬਗਾਵਤ ਨਾ ਕਰਨ। ਉਸ ਬਿੱਲ ਦੀ ਖਿਲਾਫਤ ਕੀਤੀ ਸੀ। ਹਾਂ, ਅਸੀਂ ਬੰਬ ਸੁੱਟਿਆ ਸੀ। ਸਭ ਤੋਂ ਵੱਡਾ ਸਵਾਲ ਜਿਹੜਾ ਮੇਰੇ ਤੇ ਖੜਾ ਹੁੰਦਾ ਕਿ ਮੈਂ ਆਰੀਆ ਸਮਾਜੀ ਸੀ, ਮੈਂ ਮੰਨਦਾ ਕਿ ਮੈਂ ਆਰੀਆ ਸਮਾਜੀ ਸੀ। 19 ਸਾਲ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਦੋਸਤੋ ਆਰੀਆ ਸਮਾਜੀ ਨਾਲ ਜੁੜੇ ਹੋਏ ਸੀ ਸਾਥੀਓ, ਤੇ ਮੈਂ ਉਸ ਸਮੇਂ ਗਾਇਤਰੀ ਜਾਪ ਵੀ ਕਰਦਾ ਰਿਹਾ। ਪਰ ਮੇਰੇ ਦਿਮਾਗ 'ਚ ਸਵਾਲ ਖੜੇ ਹੁੰਦੇ ਸੀ ਤੇ ਅਖੀਰ ਦੇ ਵਿੱਚ ਮੈਂ ਜਿਹੜੀ ਗੱਲ ਕਹਿ ਕੇ ਗਿਆ, ਜਿਵੇਂ ਜਿਵੇਂ ਮੈਂ ਦਾਰਸ਼ਨਿਕ ਬਣਿਆ ਤੇ ਵਿਸ਼ਵ ਇਤਿਹਾਸ ਪੜ੍ਹਿਆ, ਕ੍ਰਾਂਤੀ ਦਾ ਇਤਿਹਾਸ ਪੜ੍ਹਿਆ, ਤੇ ਮੈਂ ਸਪਸ਼ਟ ਤੌਰ ਤੇ ਆਪਣਾ ਵਿਊ ਰੱਖਿਆ। ਮੈਂ ਗੋਲ ਮੋਲ ਗੱਲ ਨਹੀਂ ਕੀਤੀ, ਮੈਂ ਦੱਸਿਆ ਕਿ ਮੈਂ ਨਾਸਤਕ ਹਾਂ। ਤੇ ਮੈਂ ਨਾਸਤਕ ਕਿਉਂ ਆ, ਉਹਦੇ ਵਾਸਤੇ ਮੈਂ ਸਾਰੀ ਗੱਲ ਕਲੀਅਰ ਕੀਤੀ ਆ, ਤੁਹਾਡੇ ਨਾਲ ਵੀ ਕਰ ਲੈਣਾ। ਕਾਂਗਰਸੀ ਦੋਸਤੋ ਜਿਹੜੇ ਅੰਦੋਲਨ ਮਾ ਕੇ ਉਸ ਸਮੇਂ ਚਲਾਉਂਦੇ ਸੀ, ਉਹਨਾਂ ਦੀ ਰੂੜੀਵਾਦੀ ਸੋਚ ਸੀ, ਉਹ ਧਰਮ ਨੂੰ ਮੂਹਰੇ ਰੱਖਦੇ ਸੀ। ਇਸੇ ਕਰਕੇ ਉਹ ਸਮਾਜਿਕ ਤਬਦੀਲੀ ਜਾਂ ਆਰਥਿਕ ਤਬਦੀਲੀ ਦੇ ਵਾਸਤੇ ਕਦੇ ਆਵਾਜ਼ ਨਹੀਂ ਚੱਕੀ। ਮੈਂ ਇੱਕ ਗੱਲ ਕਹਿਣਾ, ਮੈਂ ਆਪਣੀ ਜੇਲ੍ਹ ਡਾਇਰੀ ਦੇ ਵਿੱਚ ਲਿਖ ਕੇ ਗਿਆ ਤੁਹਾਡੇ ਵਾਸਤੇ, ਪੜ੍ਹ ਕੇ ਦੇਖਿਓ। ਮੈਨੂੰ ਝੁਠਲਾ ਕਿਉਂ ਨਹੀਂ ਸਕਦੇ? ਜਿਹੜੇ ਲੋਕ ਅੱਜ ਮੈਨੂੰ ਦਬਾਉਣਾ ਵੀ ਚਾਹੁੰਦੇ ਸੀ, ਮੈਨੂੰ ਇਹ ਲੋਕ ਮੂਹਰੇ ਨਹੀਂ ਲੈ ਕੇ ਆਉਂਦੇ ਸੀ। ਹੁਣ ਚੱਕਰ ਕੀ ਆ ਵੀ ਇਹਨਾਂ ਨੇ ਹਥਿਆ ਲਿਆ, ਤੁਹਾਨੂੰ ਇਹ ਲੱਗਦਾ ਕਿ ਸਟੇਟ ਨੇ ਇਹਨੂੰ ਹੀਰੋ ਬਣਾ ਕੇ ਪੇਸ਼ ਕਰਤਾ। ਖਾਨੀ ਜਿਹੜਾ ਭਗਤ ਸਿੰਘ ਸੀ, ਇਹ ਉਸ ਸਮੇਂ ਕੀ ਆ ਸਟੇਟ ਦੇ ਨਾਲ ਰਲਿਆ ਹੋਇਆ ਸੀ। ਅੱਜ ਸਟੇਟ ਦੇ ਵਿੱਚ ਜਿਹੜੀ ਸਰਕਾਰ ਬੈਠੀ ਆ, ਮੈਂ ਉਹਨਾਂ ਦਾ ਕੱਟੜ ਵਿਰੋਧੀ ਸੀ, ਹਿੰਦੂਵਾਦ ਦਾ। ਧਰਮ ਦੇ ਨਾਂ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਮੈਂ ਉਦੋਂ ਵੀ ਕਿਹਾ ਸੀ। ਧਰਮ ਤੇ ਰਾਜਨੀਤੀ ਦੋਨੇ ਅਲੱਗ-ਅਲੱਗ ਹੋਣੇ ਚਾਹੀਦੇ ਆ। ਹੁਣ ਦੋਸਤੋ ਮੈਂ ਗੋਰਕੀ ਦੀ ਇੱਕ ਕੀ ਆ ਗੱਲ ਲਿਖ ਕੇ ਗਿਆ, ਕੋਟ ਕਰਕੇ ਗਿਆ ਆਪਣੀ ਜੇਲ੍ਹ ਡਾਇਰੀ ਦੇ ਵਿੱਚ। ਧਰਤੀ ਤੇ ਕਹਿੰਦਾ ਉਹ ਆਦਮੀ ਸਭ ਤੋਂ ਵੱਧ ਨਫ਼ਰਤਯੋਗ ਆ ਜਿਹੜਾ ਭੀਖ ਦਿੰਦਾ, ਤੇ ਉਹ ਬੰਦਾ ਸਭ ਤੋਂ ਵੱਧ ਤਰਸਯੋਗ ਆ ਜਿਹੜਾ ਬੰਦਾ ਕੀ ਆ ਉਹਨੂੰ ਸਵੀਕਾਰ ਕਰਦਾ। ਹੁਣ ਦੋਸਤੋ ਤੁਹਾਨੂੰ ਭੀਖ ਦਿੱਤੀ ਜਾਂਦੀ ਆ ਤੇ ਸਵੀਕਾਰ ਤੁਸੀਂ ਕਰ ਰਹੇ ਹੋ, ਤੇ ਦੇ ਕੌਣ ਰਿਹਾ? ਸ਼ਰਮਾਏਦਾਰ ਰਹੇ ਆ, ਦੇ ਨਾ ਰਹੇ ਆਪਣੇ ਜਿਹੜੇ ਭੂਰੇ ਅੰਗਰੇਜ਼ ਨੇ ਉਹਨਾਂ ਦੇ ਰਾਹੀਂ ਦੇ ਰਹੇ। ਇਸੇ ਕਰਕੇ ਮੈਂ ਕਿਹਾ ਸੀ ਗੋਰੇ ਜਾਣਗੇ ਭੂਰੇ ਆਉਣਗੇ। ਬੰਦੇ ਦੇ ਹੱਥੋਂ ਬੰਦੇ ਦੀ ਜਿੰਨਾ ਚਿਰ ਲੁੱਟ ਜਾਰੀ ਰਹੂ ਅਸੀਂ ਗੁਲਾਮ ਰਹਾਂਗੇ। ਤੁਸੀਂ ਗੁਲਾਮ ਹੋ, ਤੁਸੀਂ ਆਜ਼ਾਦ ਨਹੀਂ ਹੈਗੇ। ਮੈਂ ਬੱਕ ਵਾਈਟ ਦੇ ਵੱਲੋਂ ਵੀ ਜਿਹੜੀ ਗੱਲ ਕੀਤੀ ਸੀ ਉਹ ਵੀ ਮੈਂ ਕੋਟ ਕਰਕੇ ਗਿਆ ਆਪਣੀ ਜੇਲ੍ਹ ਡਾਇਰੀ ਦੇ ਵਿੱਚ। ਉਹ 'ਚ ਮੈਂ ਕਹਿ ਕੇ ਗਿਆ ਕਿ ਜਿਹੜਾ ਦਾਨ ਦੇਣ ਵਾਲਾ ਦਾਤਾ, ਉਹਨੂੰ ਕੀ ਆ ਦਾਨ ਦੇਣਾ ਸੰਗ ਦਿਲ ਬਣਾਉਂਦਾ ਤੇ ਪ੍ਰਾਪਤ ਕਰਨ ਵਾਲੇ ਨੂੰ ਨਰਮ ਦਿਲ ਬਣਾਉਂਦਾ। ਇਹ ਸ਼ੋਸ਼ਣ ਤੋਂ ਕਿਤੇ ਵੱਧ ਗਰੀਬਾਂ ਲਈ ਨੁਕਸਾਨਦਾਇਕ ਆ, ਕਿਉਂਕਿ ਉਹਨਾਂ ਨੂੰ ਸ਼ੋਸ਼ਣ ਦਾ ਇੱਛੁਕ ਵੀ ਬਣਾ ਦਿੰਦਾ ਤੇ ਆਦੀ ਬਣਾ ਦਿੰਦਾ। ਆਦੀ ਬਣਾਇਆ ਕਿ ਨਹੀਂ ਬਣਾਇਆ? ਤੁਹਾਨੂੰ ਮੁਫਤ ਖੋਰੀਆਂ ਨੇ ਅੱਜ ਆਦੀ ਬਣਾਤਾ, ਤੁਸੀਂ ਬੋਲਣ ਜੋਗੇ ਨਹੀਂ ਛੱਡੇ। ਇਸੇ ਕਰਕੇ ਮੈਂ ਕਿਹਾ ਸੀ ਇਹ ਦਾਜ ਤੁਹਾਨੂੰ ਭੀਖ ਦੇ ਰਹੇ ਆ ਜਿਹੜੇ ਸਿਆਸੀ ਲੋਕ ਨੇ, ਜਿਹੜੇ ਅੱਜ ਭੂਰੇ ਅੰਗਰੇਜ਼ ਨੇ। ਮੈਂ ਗੁਰਬਾਣੀ ਦੋਸਤੋ ਨਹੀਂ ਪੜ੍ਹ ਸਕਿਆ, ਠੀਕ ਹੈ, ਨਾ ਮੈਂ ਉਸ ਚੀਜ਼ ਨੂੰ ਵਿਚਾਰਿਆ, ਕਿਉਂਕਿ ਉਸ ਸਮੇਂ ਵਿਸ਼ਵ ਕ੍ਰਾਂਤੀ ਦਾ ਇਤਿਹਾਸ ਮੈਨੂੰ ਪੜ੍ਹਨਾ ਜ਼ਰੂਰੀ ਲੱਗਾ ਤੇ ਮੈਂ ਵਿਸ਼ਵ ਕ੍ਰਾਂਤੀ ਦਾ ਇਤਿਹਾਸ ਪੜ੍ਹਿਆ, ਫਰਾਂਸ ਦੀ, ਰੂਸ ਦੀ, ਹਰ ਤਰ੍ਹਾਂ ਦੀ ਕ੍ਰਾਂਤੀ ਨੂੰ ਜਾਣਿਆ। ਤੇ ਮੇਰੇ ਸਮੇਂ ਵਿਦੇਸ਼ੀ ਤਾਕਤਾਂ ਦੇ ਖਿਲਾਫ ਉਸ ਸਮੇਂ ਜਿਹੜੇ ਅੰਦੋਲਨ ਚੱਲਦੇ ਸੀ ਉਹ ਸਾਰੇ ਧਾਰਮਿਕ ਹੱਥਾਂ ਦੇ ਵਿੱਚ ਸੀ। ਇਸੇ ਕਰਕੇ ਆਰੀਆ ਸਮਾਜ ਦੇ ਨਾਲ ਸਾਡਾ ਵਰਗ ਵੀ ਜੁੜਿਆ, ਸਾਡੇ ਲੋਕ ਵੀ ਜੁੜੇ ਹੋਏ ਸੀ ਤੇ ਸਾਡਾ ਪਰਿਵਾਰ ਵੀ ਜੁੜਿਆ ਹੋਇਆ ਸੀ। ਤੇ ਜਿਹੜੇ ਸਿੱਖ ਉਦੋਂ ਸੀਗੇ, ਉਹ ਤਾਂ ਉਦੋਂ ਆਪਣੇ ਜਿਹੜੇ ਮਹੰਤ ਬਣੇ ਬੈਠੇ ਸੀ ਉਹਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਸੀ। ਉਹ ਮੋਰਚੇ ਲੱਗ ਰਹੇ ਸੀ ਆਪਣੇ ਗੁਰੂ ਘਰਾਂ ਨੂੰ ਛਡਾਉਣ ਦੇ। ਉਦੋਂ ਮੁਲਕ ਦੀ ਗੱਲ ਨਹੀਂ ਕੀਤੀ ਜਾਂਦੀ ਸੀ ਇਸ ਧਰਮ ਦੇ ਵਿੱਚ। ਉਹ ਲੋਕ ਜਿਹੜੇ ਸੰਘਰਸ਼ ਲੜ ਰਹੇ ਸੀ ਉਹ ਤੁਸੀਂ ਵੀ ਜਾਣਦੇ ਹੋ, ਕਿਉਂਕਿ ਉਸ ਸਮੇਂ ਮਸੰਦ ਉਦੋਂ ਵੀ ਕਾਬਜ ਹੋਏ ਸੀ। ਉਦੋਂ ਜਿਹੜੀ ਲਹਿਰ ਚੱਲ ਰਹੀ ਸੀ ਉਹ ਲਹਿਰ ਦੇ ਵਹਿਣ ਦੇ ਵਿੱਚ ਸਾਰੇ ਬੈਠੇ ਆ। ਹੁਣ ਰੌਲਾ ਪੱਗ ਤੇ ਟੋਪੀ ਦਾ ਅੱਜ ਵੀ ਖੜਾ ਹੋਇਆ। ਹੁਣ ਰੌਲਾ ਪੱਗਾਂ ਵਾਲੇ ਦੋਸਤੋ ਮੈਨੂੰ ਸਮਝ ਨਹੀਂ ਰਹੇ ਤੇ ਟੋਪੀ ਵਾਲੇ ਮੈਨੂੰ ਹਥਿਆਉਣ ਨੂੰ ਫਿਰਦੇ ਆ ਜਿਵੇਂ ਕਾਮਰੇਡਾਂ ਨੇ ਮੈਨੂੰ ਹਥਿਆਇਆ ਹੋਇਆ। ਪਰ ਕਾਮਰੇਡਾਂ ਨੇ ਮੇਰੀ ਸੋਚ ਨੂੰ ਉੱਥੇ ਰਿਜੜ ਮੰਨ ਕੇ ਉੱਤੇ ਖੜਾਤਾ। ਉਦੋਂ ਅਗਲੀ ਗੱਲ ਨਹੀਂ ਕੀਤੀ ਜਿੱਥੇ ਮੈਂ ਛੱਡ ਕੇ ਗਿਆ। ਕਿਵੇਂ ਨਹੀਂ ਕੀਤੀ ਮੈਂ ਉਹਦੀ ਵੀ ਗੱਲ ਕਰਦਾ, ਤੇ ਕਾਮਰੇਡ ਕਿਵੇਂ ਮੈਨੂੰ ਹਥਿਆਈ ਬੈਠੇ ਉਹਦੀ ਵੀ ਗੱਲ ਕਰੂੰਗਾ। ਮੈਂ ਇਹੀ ਗੱਲ ਕਹਿਣਾ ਦੋਸਤੋ ਕਿ ਮੈਂ ਸ਼ਰੇਆਮ ਕੀ ਆ ਰੱਬ ਦੀ ਹੋਂਦ ਤੇ ਜਿਹੜਾ ਸਵਾਲ ਚੱਕਿਆ, ਮੈਂ ਇੱਕ ਕਹਿਣਾ ਕਿ ਈਸ਼ਵਰ ਦੀ ਦੇਣ ਮੰਨਿਆ ਜਾਣ ਵਾਲਾ ਧਰਮ ਨੂੰ ਮਨੁੱਖ ਹੀ ਘੜਦਾ, ਠੀਕ ਹੈ। ਇਹਨੂੰ ਜਿਹੜਾ ਈਸ਼ਵਰ ਆ ਉਹ ਨਹੀਂ ਦੋਸਤੋ ਬਣਾਉਂਦਾ, ਇਹ ਜਿਹੜਾ ਧਰਮ ਆ ਉਹਨੂੰ ਬੰਦਾ ਬਣਾਉਂਦਾ। ਤੇ ਮੈਂ ਇੱਕੋ ਗੱਲ ਕਹਿਣਾ
ਕਿ ਇਹਨੂੰ ਈਸ਼ਵਰ ਦੀ ਦੇਣ ਐਲਾਨ ਕੇ ਆਪਣੇ ਵਿਚਾਰਾਂ ਨੂੰ ਦੂਜਾ ਸਿਰ ਮੜਨ ਵਾਲੇ ਜਿਹੜੇ ਲੋਕ ਬੈਠੇ ਨੇ, ਉਹ ਅੱਜ ਵੀ ਪੁਜਾਰੀਵਾਦ ਤੁਹਾਡੇ ਤੇ ਕਾਬਜ ਹੋਇਆ ਬੈਠਾ। ਮੈਂ ਕਾਰਲ ਮਾਰਕਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਜਿਹੜਾ ਕਹਿੰਦਾ ਸੀ ਧਰਮ ਆ ਜਿਹੜਾ ਉਹ ਜਨਤਾ ਦੇ ਲਈ ਅਫੀਮ ਦਾ ਕੰਮ ਕਰਦਾ। ਮੈਂ ਉਸ ਨਾਲ ਅੱਜ ਵੀ ਸਹਿਮਤ ਹਾਂ। ਸਭ ਤੋਂ ਵੱਡਾ ਜਿਹੜਾ ਦੋਸਤੋ ਅਪਰਾਧ ਆ, ਮੈਂ ਇੱਕ ਕਹਿਣਾ, ਆਪਣੀ ਲੇਖਣੀ ਦੇ ਵਿੱਚ ਮੈਂ ਲਿਖ ਕੇ ਗਿਆ ਇੱਕ ਲੇਖ ਦੇ ਵਿੱਚ, ਕਿ ਸਭ ਤੋਂ ਵੱਡਾ ਅਪਰਾਧ ਸਵੈਮਾਨ ਦੀ ਖਰੀਦੋ ਫਰੋਖਤ ਆ, ਜਿਹੜਾ ਅੱਜ ਵੀ ਸਵੈਮਾਨ ਖਰੀਦਿਆ ਜਾ ਰਿਹਾ ਮੁਫਤ ਖੋਰੀਆਂ ਦੇ ਵਿੱਚ ਲੋਕਾਂ ਨੂੰ ਪਾ ਕੇ। ਕੋਈ ਇੰਨਾ ਵੀ ਅਮੀਰ ਨਾ ਹੋਵੇ ਕਿ ਉਹ ਕਿਸੇ ਨੂੰ ਖਰੀਦ ਸਕੇ, ਤੇ ਕੋਈ ਇੰਨਾ ਵੀ ਗਰੀਬ ਨਾ ਹੋਵੇ ਕਿ ਉਹਨੂੰ ਆਪਣੇ ਆਪ ਨੂੰ ਵੇਚਣ ਦੇ ਲਈ ਮਜਬੂਰ ਹੋਣਾ ਪਵੇ। ਮੈਂ ਉਦੋਂ ਇਹ ਗੱਲ ਕਹੀ ਸੀ, ਅੱਜ ਲੋਕ ਆਪਣੇ ਆਪ ਨੂੰ ਵੇਚਣ ਦੇ ਲਈ ਮਜਬੂਰ ਨੇ, ਆਪਣਾ ਹੱਕ ਵੇਚਦੇ ਆ, ਆਪਣੀ ਵੋਟ ਵੇਚਦੇ ਆ, ਕਣਕ ਆਟਾ ਦਾਲ ਕਾਰਡਾਂ ਪਿੱਛੇ ਵੇਚਦੇ ਆ ਕਿ ਨਹੀਂ ਵੇਚਦੇ? ਜਵਾਬ ਦਿਓ ਇਸ ਗੱਲ ਦਾ। ਕ੍ਰਾਂਤੀ ਈਸ਼ਵਰ ਦੇ ਵਿਰੋਧੀ ਹੋ ਸਕਦੀ ਆ, ਪਰ ਮਨੁੱਖਤਾ ਵਿਰੋਧੀ ਕਦੇ ਨਹੀਂ ਹੋ ਸਕਦੀ। ਮੈਂ ਇੱਕੋ ਗੱਲ ਕਹਿਣਾ ਕਿ ਗੁਲਾਮ ਕਿਉਂ ਸੀ ਪਹਿਲਾਂ ਤੇ ਅੱਜ ਵੀ ਗੁਲਾਮ ਕਿਉਂ ਆ? ਕਿਉਂਕਿ ਅਸੀਂ ਰੱਬ ਦੀ ਰਜ਼ਾ 'ਚ ਰਹਿਣਾ ਕੀ ਆ, ਸਿੱਖ ਲਿਆ, ਧਰਮ ਨੇ ਸਾਨੂੰ ਕਹਿਤਾ ਵੀ ਇਹ ਈਸ਼ਵਰ ਦੀ ਦੇਣ ਆ। ਮੈਂ ਕਹਿਣਾ ਕਿ ਅਸੀਂ ਗੁਲਾਮ ਤਾਂ ਸੀ ਪਹਿਲਾਂ ਵੀ ਜਾਂ ਹੁਣ, ਕਿਉਂਕਿ ਸਾਡੇ 'ਚ ਵਿਰੋਧ ਕਰਨ ਦਾ ਮਾਦਾ ਨਹੀਂ ਨਾ ਤੁਹਾਡੇ 'ਚ ਪੈਦਾ ਹੋਇਆ। ਉਸ ਸਮੇਂ ਵਿਰੋਧ ਕਰਨ ਦਾ ਮਾਦਾ ਪੈਦਾ ਕਰਨ ਖਾਤਰ ਸਾਨੂੰ ਆਪਣੇ ਐਕਸ਼ਨ ਕਰਨੇ ਪਏ ਸੀ ਜਿਨ੍ਹਾਂ ਦਾ ਅੱਜ ਵਿਰੋਧ ਹੋ ਰਿਹਾ। ਇਸੇ ਕਰਕੇ ਮੈਂ ਕਹਿਣਾ ਕਿ ਜਿਹੜਾ ਤੁਹਾਡੇ ਸਵਾਲ ਨੇ, ਉਹਨਾਂ ਸਵਾਲਾਂ ਦੇ ਜਵਾਬ ਦੇਣ ਖਾਤਰ ਮੈਨੂੰ ਦੋਸਤੋ ਕਿਸੇ ਦੀ ਲੋੜ ਨਹੀਂ ਹੈ। ਕਈ ਕੀ ਓਪਨਲੀ ਚੈਲੰਜ ਕਰਦੇ ਆ ਨਾ, ਜਿਹੜੇ ਕਹਿੰਦੇ ਸੀ ਕਿ ਸਾਡੇ ਨਾਲ ਵਿਚਾਰ ਕਰ ਲਓ ਜੀ, ਅਖੌਤੀ ਸਿੱਖ ਵਿਦਵਾਨ ਜਿਹੜੇ ਕਿ ਆਪਣੇ ਆਪ ਨੂੰ ਚੈਲੰਜ ਰੱਖਦੇ ਆ। ਮੈਂ ਕਹਿਣਾ ਕਿ ਉਹਨਾਂ ਦੀ ਦੇਣ ਕੀ ਆ। ਮੈਂ ਆਪਣੇ ਹਿਸਾਬ ਨਾਲ ਜਿਹੜਾ ਫਿਲਾਸਫੀ ਦੀ ਗੱਲ ਕੀਤੀ ਆ, ਉਹਦੇ ਸਬੰਧ ਦੇ ਵਿੱਚ ਮੈਂ ਨੌਜਵਾਨਾਂ ਨੂੰ ਇੱਕੋ ਸੁਨੇਹਾ ਦਿੰਦਾ ਕਿ ਤਰੱਕੀ ਦੇ ਸਮਰਥਕ ਹਰੇਕ ਵਿਅਕਤੀ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਵਿਸ਼ਵਾਸਾਂ ਨਾਲ ਸੰਬੰਧਿਤ ਗੱਲ ਦੀ ਆਲੋਚਨਾ ਕਰੇ। ਜਿਹੜੇ ਚੱਲ ਰਹੇ ਪੁਰਾਣੇ ਜਿਹੜੇ ਵਿਸ਼ਵਾਸ ਨੇ, ਉਹਨਾਂ ਦੀ ਤੁਹਾਨੂੰ ਆਲੋਚਨਾ ਕਰਨੀ ਪਊ। ਚਾਹੇ ਮੇਰਾ ਵਿਸ਼ਵਾਸ ਆ, ਉਹਨੂੰ ਕੀ ਆ, ਕਸਵੱਟੀ ਤੇ ਤੋਲਣਾ ਪਊ। ਉਸ ਵਿੱਚ ਅਵਿਸ਼ਵਾਸ ਭਾਵ ਕੀ ਆ, ਯਕੀਨ ਨਾ ਕਰੋ, ਉਹਨੂੰ ਚੁਣੌਤੀ ਦਿਓ। ਤੇ ਚੁਣੌਤੀ ਤਾਂ ਦਿਓਗੇ ਜੇ ਦਾਰਸ਼ਨਿਕ ਹੋ ਕੇ ਪਹਿਲਾਂ ਇਤਿਹਾਸ ਪੜ੍ਹੋਗੇ, ਕ੍ਰਾਂਤੀਆਂ ਬਾਰੇ ਪੜ੍ਹੋਗੇ। ਯਥਾਰਥਵਾਦੀ ਹੋਣ ਵਾਲੇ ਨੂੰ ਤਾਂ ਸੱਚਮੁੱਚ ਪੁਰਾਤਨ ਵਿਸ਼ਵਾਸਾਂ ਨੂੰ ਚੁਣੌਤੀ ਦੇਣੀ ਹੀ ਹੋਵੇਗੀ। ਯਥਾਰਥਵਾਦੀ ਆਦਮੀ ਨੂੰ ਸਭ ਤੋਂ ਪਹਿਲਾਂ ਉਹ ਥਾਂ ਵਿੱਚ ਨਵਾਂ ਦਰਸ਼ਨ ਖੜਾ ਕਰਨ ਲਈ ਜ਼ਮੀਨ ਸਾਫ਼ ਕਰਨੀ ਪਊਗੀ। ਜਿਹੜੀ ਹੁਣ ਤੁਸੀਂ ਕਿ ਇਨਕਲਾਬ ਦੇ ਜਿਹੜੇ ਕਿ ਆ ਪੱਗਾਂ ਬੰਨ੍ਹ ਕੇ ਅੱਜ ਇਨਕਲਾਬ ਲੈ ਕੇ ਆਏ ਆ ਨਾ, ਉਹ ਖੰਗਰ ਇੱਟਾਂ ਨਾਲ ਇਮਾਰਤ ਖੜੀ ਕਰੀ ਬੈਠੇ। ਖੰਗਰ ਇੱਟਾਂ ਉਹੀ ਨੇ ਜਿਹੜੀਆਂ ਪਹਿਲਾਂ ਕੱਢ ਕੇ ਸਿੱਟੀਆਂ ਸੀ, ਇਹਨਾਂ ਨੇ ਆਪਣੀ ਇਮਾਰਤ ਦੇ ਵਿੱਚ ਫਿੱਟ ਕੀਤੀਆਂ ਹੋਈਆਂ ਨੇ। ਇਸ ਕਰਕੇ ਉਹਨਾਂ ਇਮਾਰਤਾਂ ਨੂੰ ਚੰਗੀ ਤਰ੍ਹਾਂ ਦੇਖ ਜ਼ਰੂਰ ਲਿਓ। ਤੇ ਜਿੰਨੇ ਭਰਾ ਜੁੜੇ ਹੋ, ਮੈਂ ਇੱਕ ਬੇਨਤੀ ਕਰਦਾ ਕਿ ਇਸ ਗੱਲ ਨਾਲ ਜੇ ਸਹਿਮਤ ਹੋ ਤਾਂ ਇਸ ਗੱਲ ਨੂੰ ਨਾ ਲੋਕਾਂ ਤੱਕ ਪਹੁੰਚਦੀ ਕਰਿਓ, ਜਿਨ੍ਹਾਂ ਨੇ ਮੇਰੇ ਤੇ ਸਵਾਲ ਖੜੇ ਕੀਤੇ। ਇਸ ਗੱਲ ਨੂੰ ਅੱਗੇ ਚੱਲਦਾ ਜ਼ਰੂਰ ਕਰਿਓ। ਤੇ ਅਖੀਰ 'ਚ ਮੈਂ ਇੱਕੋ ਗੱਲ ਕਹਿਣਾ ਕਿ ਜ਼ਿੰਦਗੀ ਤੋਂ ਆਪਣੇ ਦਮ ਪੇ ਜੀ ਜਾਤੀ ਹੈ ਔਰੋਂ ਕੇ ਕੰਧੋਂ ਪਰ ਜਨਾਜੇ ਉਠਾ ਕਰਤੇ ਹੈ। ਜਿਹੜੇ ਦੂਜਿਆਂ ਦੀ ਸਿਵਿਆਂ ਦੇ ਉੱਤੇ ਸੇਕ ਕੇ ਨਾ ਸੱਤਾ ਲੈਣ ਦੀ ਫਰਾਕ ਦੇ ਵਿੱਚ ਸੀ, ਸੱਤਾ ਲਈ ਆ ਕੁਛ ਨੇ, ਉਹਨਾਂ ਲੋਕਾਂ ਨੂੰ ਮੈਂ ਇੱਕ ਗੱਲ ਕਰਦਾ ਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਆਪਣੇ ਦਮ ਤੇ ਕਰਕੇ ਦਿਖਾਓ। ਸਵਾਲ ਕਰ ਰਹੇ ਹੋ, ਵਿਵਾਦ ਖੜਾ ਕਰ ਰਹੇ ਹੋ। ਮੇਰੀ ਸੋਚ ਨਹੀਂ ਉਸ ਸਮੇਂ ਮੁਤਾਬਕ ਸੀ। ਮੈਂ ਮੰਨਦਾ ਕਿ ਮੈਂ ਉਦੋਂ ਰਾਸ਼ਟਰਵਾਦ ਦੀ ਗੱਲ ਕਰਦਾ ਸੀ। ਉਦੋਂ ਰਾਸ਼ਟਰਵਾਦ ਕੀ ਹੈ, ਚੱਲਦਾ ਹੀ ਇਕੱਲਾ ਰਾਸ਼ਟਰਵਾਦ ਸੀ। ਉਦੋਂ ਇਸ ਤਰ੍ਹਾਂ ਦੀਆਂ ਵੰਡਾਂ ਨਹੀਂ ਪਈਆਂ ਸੀ। ਪਰ ਮੈਂ ਕਹਿਣਾ ਤੁਸੀਂ ਜੇ 84 ਤੋਂ ਪਹਿਲਾਂ ਤੁਸੀਂ ਸਾਰੇ ਰਾਸ਼ਟਰਵਾਦੀ ਸੀ, 84 ਤੋਂ ਬਾਅਦ ਵੀ ਜੇ ਤੁਸੀਂ ਰਾਸ਼ਟਰਵਾਦ ਦਾ ਭੁਲੇਖਾ ਪਾਲ ਕੇ ਰੱਖੋਗੇ ਨਾ, ਤਾਂ ਫਿਰ ਮੈਂ ਕਹਿਣਾ ਤੁਹਾਡੇ ਨੂੰ ਸਵਾਲ ਕਰਨਾ ਬਣਦਾ, ਤੁਹਾਡੇ ਸਿਰ ਮਿਹਣਾ ਬਣਦਾ। ਜਿਹੜੇ 84 ਤੋਂ ਬਾਅਦ ਵੀ ਰਾਸ਼ਟਰਵਾਦ ਪਾਲ ਕੇ ਰੱਖਦੇ ਹੋ। ਮੇਰੇ ਸਮੇਂ ਦੇ ਜਿਹੜੇ ਹਾਲਾਤ ਸੀ, ਉਹਨਾਂ ਹਾਲਾਤਾਂ ਮੁਤਾਬਕ ਫੈਸਲੇ ਲਏ ਆ ਤੇ ਜੋ ਕਰ ਸਕਦਾ ਸੀ, ਕਿਉਂਕਿ ਮੈਨੂੰ ਇਹ ਲੱਗਿਆ ਸੀ ਕਿ ਮੈਂ ਇਨਕਲਾਬ ਦਾ ਸਿੰਬਲ ਬਣ ਚੁੱਕਿਆ ਤੇ ਮੇਰੇ ਵਾਸਤੇ ਮੇਰੇ 'ਚ ਕਮੀਆਂ ਕੱਢਣੀਆਂ ਤੁਸੀਂ ਸ਼ੁਰੂ ਕਰ ਦੇਣੀਆਂ ਸੀ। ਮੈਂ ਗੱਲ ਉਦੋਂ ਵੀ ਕਹੀ ਸੀ। ਇਸੇ ਕਰਕੇ ਉਦੋਂ ਇਨਕਲਾਬ ਦੇ ਨਾਂ 'ਤੇ ਮੈਨੂੰ ਉਦੋਂ ਵਿਆਹ ਮਾਕੇ ਕੀ ਆ, ਮੈਨੂੰ ਚੰਗੇ ਨਹੀਂ ਲੱਗਦੇ ਸੀ। ਮੇਰੇ ਬਾਪ ਨੇ ਵੀ ਉਦੋਂ ਅਪੀਲ ਕੀਤੀ ਸੀ, ਹਾਲਾਂਕਿ ਮੈਂ ਉਹਦਾ ਵੀ ਵਿਰੋਧ ਕੀਤਾ ਸੀ। ਕਈ ਕਹਿ ਦਿੰਦੇ ਆ ਕਿ ਭਗਤ ਸਿੰਘ ਡਰ ਗਿਆ ਸੀ। ਮੈਂ ਉਹਦੇ ਵਾਸਤੇ ਇਨਸਾਫ ਕਰਦਾ ਕਿ ਮੇਰੀ ਕੀ ਆ ਲਿਖਤਾਂ ਦੇ ਵਿੱਚ ਜਾਂ ਉਸ ਸਮੇਂ ਦੇ ਮੈਗਜ਼ੀਨਾਂ ਦੇ ਵਿੱਚ ਪੜ੍ਹ ਸਕਦੇ ਹੋ। ਇੱਕ ਬੰਦੇ ਨੇ ਦਾਅਵਾ ਕੀਤਾ ਸੀ, ਇੱਕ ਸਿੱਖ ਰਾਈਟਰ ਹੋਇਆ, ਕਹਿੰਦਾ ਕਿ ਉਸ ਸਮੇਂ ਕਹਿੰਦਾ ਅਸੀਂ ਪ੍ਰਵਾਨਗੀ ਲੈ ਕੇ ਜੇਲ੍ਹ ਦੇ ਅੰਦਰ ਵਗ ਗਏ ਸੀ। ਮੈਂ ਖੁਦ ਦੇਖਿਆ, ਮੇਰੇ ਬਾਰੇ ਗੱਲ ਕਰ ਰਿਹਾ, ਫਾਂਸੀ ਦੇਣ ਵੇਲੇ ਕਹਿੰਦੇ ਡੋਲ ਗਿਆ ਸੀ। ਪਰ ਮੈਂ ਪੁੱਛਣਾ ਚਾਹੁੰਦਾ ਕਿ ਮੇਰੀ ਸ਼ਹਾਦਤ ਵੇਲੇ ਤਾਂ ਜੇਲ੍ਹ ਦੇ ਨੇੜੇ ਪੱਤਾ ਵੀ ਨਹੀਂ ਝੱਲਣ ਦਿੱਤਾ ਸੀ। ਉਦੋਂ ਇੰਨੇ ਕੁ ਮਾਹੌਲ ਖਰਾਬ ਸੀ। ਇੰਨੇ ਖਰਾਬ ਮਾਹੌਲ ਦੇ ਵਿੱਚ ਕਿਸੇ ਬੰਦੇ ਨੂੰ ਫਾਂਸੀ ਦੇਖਣ ਖਾਤਰ ਆਉਣ ਦੇ ਦੇਣਗੇ? ਕਹੇ ਜੀ ਗੱਲ ਉਹ ਬੰਦੇ ਨੇ ਕੀਤੀ ਤੇ ਸਮਝਣ ਵਾਲੇ ਨੇ ਜਿਹੜੀ ਉਹਦੀ ਗੱਲ ਲੈ ਕੇ ਕੀਤੀ ਆ। ਅਗਲੀ ਜਿਹੜੀ ਮੈਂ ਗੱਲ ਕਰਦਾ ਦੋਸਤੋ, ਮੈਨੂੰ ਰਾਸ਼ਟਰਵਾਦੀ ਕਿਹਾ ਜਾਂਦਾ। ਹਾਂ, ਮੈਂ ਉਸ ਸਮੇਂ ਰਾਸ਼ਟਰਵਾਦੀ ਸੀ। ਸਮਾਜਵਾਦੀ ਕਿਹਾ ਜਾਂਦਾ। ਹਾਂ, ਮੈਂ ਸਮਾਜਵਾਦੀ ਸੀ ਤੇ ਸਮਾਜਵਾਦੀ ਹਾਂ। ਅੱਜ ਵੀ ਮੈਂ ਕਹਿਣਾ ਕਿ ਵਰਗ ਸੰਘਰਸ਼ ਉਹਨਾਂ ਚਿਰ ਚੱਲਦਾ ਰਹੂ ਜਿੰਨਾ ਚਿਰ ਕਿ ਅਮੀਰੀ ਗਰੀਬੀ ਦਾ ਪਾੜਾ ਰਹੂ ਤੇ ਆਰਥਿਕਤਾ ਸਮਾਜਿਕ ਸਮਾਨਤਾ ਆਊਗੀ ਤਾਂ ਲੋਕਾਂ ਨੂੰ ਉਹਨਾਂ ਦੇ ਹੱਕ ਮਿਲਣਗੇ। ਮੈਂ ਅੱਜ ਵੀ ਉਸ ਗੱਲ ਤੇ ਖੜਾ। ਪਰ ਮੈਂ ਇੱਕ ਗੱਲ ਕਹਿਣਾ ਕਿ ਰਾਸ਼ਟਰਵਾਦ ਤੇ ਸਮਾਜਵਾਦ ਦੋਨੇ ਕੀ ਆ ਮੰਨੇ ਵੀ ਜਾ ਚੁੱਕੇ ਆ ਤੇ ਫੇਲ ਵੀ ਹੋ ਚੁੱਕੇ ਆ। ਇਸੇ ਕਰਕੇ ਮੈਂ ਕਾਰਲ ਮਾਰਕਸ ਦੀ ਇੱਕ ਗੱਲ ਕਹਿਣਾ, ਜਿਹ 'ਚ ਉਹਨੇ ਕਿਹਾ ਕਿ ਸਿਧਾਂਤ ਜਾਂ ਵਿਚਾਰ ਦੀ ਕਸੌਟੀ ਪ੍ਰੈਕਟਿਸ ਹੁੰਦੀ ਆ,
ਉਹ ਪ੍ਰੈਕਟਿਸ ਕਰਕੇ ਦੇਖੀ ਗਈ ਹੈ। ਜੇ ਨਹੀਂ ਕਾਮਯਾਬ ਹੋਈ ਤਾਂ ਉਹਦੇ ਕੁਛ ਨਾ ਕੁਛ ਦੋਸਤੋ ਤਬਦੀਲੀ ਕਰਕੇ ਉਹ ਚੀਜ਼ ਨੂੰ ਤੁਹਾਨੂੰ ਅਪਣਾਉਣਾ ਪੈਣਾ। ਪਰ ਉਹਦੇ ਵਾਸਤੇ ਜਿਹੜਾ ਮਾਡਲ ਆ ਉਹ ਸਮਾਜਵਾਦ ਦੇ ਵਿੱਚ ਕੁਛ ਨਾ ਕੁਛ ਸੋਧ ਕਰਨੀ ਪੈਣੀਆਂ। ਜਿਹੜੇ ਮੁਲਕਾਂ ਨੇ ਅਪਣਾਇਆ ਸੀ ਤੁਸੀਂ ਉਹਨਾਂ ਨੂੰ ਵੀ ਜਾਣਦੇ ਹੋ। ਇਸੇ ਕਰਕੇ ਤੁਹਾਡੇ ਤੋਂ ਆਸ ਕਰਦਾ ਤੇ ਮੈਂ ਇੱਕੋ ਗੱਲ ਕਹਿਣਾ ਕਿ ਜਦੋਂ ਤੱਕ ਕੋਈ ਹੇਠਲਾ ਵਰਗ ਰਹੂਗਾ ਮੈਂ ਉਹ ਵਰਗ 'ਚ ਸ਼ਾਮਲ ਰਹੂੰਗਾ, ਤੇ ਜਦੋਂ ਤੱਕ ਅਪਰਾਧੀ ਰਹਿਣਗੇ ਮੈਂ ਵੀ ਅਪਰਾਧੀ ਰਹੂੰਗਾ, ਤੇ ਜਦੋਂ ਤੱਕ ਨੌਜਵਾਨ ਜੇਲ੍ਹਾਂ ਦੇ ਵਿੱਚ ਕੋਈ ਨਾ ਕੋਈ ਕੈਦ ਰਹਿਣਗੇ ਤਾਂ ਮੈਂ ਆਜ਼ਾਦ ਨਹੀਂ ਹੋ ਸਕਦਾ। ਤੇ ਮੈਂ ਇੱਕੋ ਗੱਲ ਕਹਿਣਾ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਤੇ ਸਾਮਰਾਜਵਾਦ ਅੱਜ ਵੀ ਤੁਹਾਡੇ ਤੇ ਰਾਜ ਕਰ ਰਿਹਾ, ਅੱਜ ਵੀ ਭੂਰੇ ਅੰਗਰੇਜ਼ ਤੁਹਾਡੇ ਸਿਰ ਤੇ ਬੈਠੇ ਆ। ਵਿਰੋਧ ਕਰਨ ਦਾ ਮਾਦਾ ਪੈਦਾ ਕਰ ਲਓ। ਧਰਮ ਦੇ ਨਾਂ ਤੇ ਸਿਆਸਤਾਂ ਨੇ ਵੰਡ ਕੇ 47 ਦੇ ਵਿੱਚ ਜਿਹੜਾ ਕੁਝ ਕੀਤਾ ਮੈਥੋਂ ਬਾਅਦ, ਮੈਂ ਤਾਂ ਕਹਿ ਗਿਆ ਸੀ ਕਿ ਗੋਰੇ ਜਾਣਗੇ ਭੂਰੇ ਆਉਣਗੇ। ਇਸੇ ਕਰਕੇ ਅੱਜ ਕੁਝ ਸਵਾਲਾਂ ਦੇ ਜਵਾਬ ਦੇਣ ਖਾਤਰ ਆਇਆ, ਤੇ ਹੋਰ ਵੀ ਜਿਹੜੇ ਸਵਾਲ ਹੋਣਗੇ ਆਉਣ ਵਾਲੇ ਟਾਈਮ 'ਚ ਤੁਹਾਡੇ ਜਵਾਬ ਦੇਣ ਦੇ ਵਾਸਤੇ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਹੁੰਦਾ ਰਹੂੰਗਾ। ਪਰ ਮੈਂ ਮਰਿਆ ਨਹੀਂ, ਮੈਂ ਜਿਉਣਾ। ਤੇ ਜਿਹੜੇ ਮਰੇ ਜ਼ਮੀਰਾਂ ਵਾਲਿਆਂ ਮਰਿਆਂ ਦੀ ਕਚਹਿਰੀ 'ਚ ਪੇਸ਼ ਹੁੰਦਾ ਰਹੂੰਗਾ। ਤੁਸੀਂ ਸਾਥ ਦਿੰਦੇ ਰਹੋ ਤੇ ਉਹਨਾਂ ਤੱਕ ਜਵਾਬ ਪਹੁੰਚਦੇ ਕਰਿਓ। ਜਿਹੜੇ ਡਿਬੇਟ ਕਰਨ ਦੀ ਗੱਲ ਕਰਦੇ ਆ, ਮੇਰਾ ਮਸਲਾ ਡਿਬੇਟ ਕਰਨ ਦਾ, ਮੈਂ ਇੱਕੋ ਗੱਲ ਕਹਿਣਾ ਕਿ ਉਹਨਾਂ ਵਾਸਤੇ ਮੇਰੇ ਲਿਖਿਆ ਬਹੁਤ ਕੁਝ ਪਿਆ। ਮੇਰੇ ਸਾਰਾ ਕੁਝ ਜਿਹੜਾ ਹੈਗਾ ਸਮਾਜ ਦੇ ਵਿੱਚ ਕਿਤਾਬਾਂ ਦੇ ਵਿੱਚ ਛਪਿਆ ਹੋਇਆ, ਜਿਹੜੀ ਮਰਜ਼ੀ ਚੀਜ਼ ਚੱਕ ਕੇ ਪੜ੍ਹ ਸਕਦੇ ਆ। ਤੇ ਜਿਹੜੇ ਭਰਾ ਨੇ ਸਵਾਲਾਂ ਦੇ ਜਵਾਬ ਜਾਣਨੇ ਆ ਤਾਂ ਭਗਤ ਸਿੰਘ ਬਣਿਆ ਕਿਵੇਂ ਜਾਵੇ, ਇਹਦੇ ਵਾਸਤੇ ਇੱਕ ਬੁੱਕ ਬਣੀ, ਮਾਗੇ ਬੁੱਕ ਹੈਗੀ ਆ, ਉਹਦਾ ਮੈਂ ਲਿੰਕ ਵੀ ਪਾਊਂਗਾ ਥੱਲੇ। ਤਾਂ ਬੇਨਤੀ ਕਰਦਾ ਸਾਰੇ ਭਰਾ ਵੱਧ ਤੋਂ ਵੱਧ ਉਸ ਚੀਜ਼ ਨਾਲ ਜੁੜਿਓ ਤੇ ਇਸ ਗੱਲ ਨੂੰ ਵੱਧ ਤੋਂ ਵੱਧ ਭਰਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਓ। ਤੇ ਮੈਨੂੰ ਦੱਸਿਓ ਜ਼ਰੂਰ ਕਿ ਮੈਂ ਅੱਤਵਾਦੀ ਹਾਂ ਜਾਂ ਇਨਕਲਾਬੀ ਹਾਂ। ਤੇ ਮੈਂ ਅਖੀਰ 'ਚ ਫੇਰ ਕਹਿਣਾ ਕਿ ਹਾਂ ਮੈਂ ਅੱਤਵਾਦੀ ਹਾਂ, ਕਿਉਂਕਿ ਮੈਂ ਸਟੇਟ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨਾ ਜਾਣਦਾ। ਤੇ ਤੁਹਾਡੇ ਤੇ ਅੱਤਵਾਦੀ ਦਾ ਟੈਗ ਵੀ ਇਸੇ ਕਰਕੇ 84 'ਚ ਵੀ ਲੱਗਿਆ, ਹੁਣ ਵੀ ਲੱਗਿਆ, ਕਿਉਂਕਿ ਸਟੇਟ ਦੇ ਖਿਲਾਫ ਗੱਲ ਕਰਨ ਵਾਲੇ ਨੂੰ ਅੱਤਵਾਦੀ ਕਿਹਾ ਜਾਂਦਾ ਰਹੂਗਾ। ਤੇ ਤੁਸੀਂ ਮੈਨੂੰ ਦੋਸਤੋ ਸਮਝ ਨਹੀਂ ਸਕੇ, ਪੱਗਾਂ ਵਾਲੇ ਸਮਝ ਨਹੀਂ ਸਕੇ ਤੇ ਟੋਪੀਆਂ ਵਾਲੇ ਹਥਿਆਉਣ ਨੂੰ ਫਿਰਦੇ ਆ। ਮੈਂ ਕਾਮਰੇਡਾਂ ਦੀ ਗੱਲ ਤਾਂ ਹੀ ਕਰਦਾ, ਕਾਮਰੇਡ ਵੀ ਕਿ ਉਸੇ ਗੱਲ ਤੇ ਰਿਜੜ ਹੋਏ ਖੜਿਆ, ਉਦੋਂ ਅਗਲੀ ਗੱਲ ਨਹੀਂ ਕਰ ਸਕੇ। ਹਾਂ ਮੇਰੇ ਵਿਚਾਰ ਦੇ ਵਿੱਚ ਸੋਧ ਕਰਨ ਦੀ ਲੋੜ ਆ। ਮੈਂ ਕਹਿਣਾ ਕਸਵੱਟੀ ਤੇ ਤੋਲ ਕੇ ਦੇਖੋ ਆਪਣੀ ਸਮਝ ਮੁਤਾਬਕ, ਹਾਲਾਤਾਂ ਦੇ ਮੁਤਾਬਕ, ਤੇ ਜਿਹੜੀ ਤੁਹਾਨੂੰ ਠੀਕ ਲੱਗਦੀ ਆ। ਪਰ ਮੈਂ ਇੱਕ ਕਹਿਣਾ ਵੀ ਵਰਗ ਸੰਘਰਸ਼ ਦੇ ਵਿੱਚ ਅਮੀਰੀ ਗਰੀਬੀ ਦਾ ਪਾੜਾ ਖਤਮ ਹੋਣਾ ਚਾਹੀਦਾ, ਜਾਤੀਵਾਦ ਖਤਮ ਹੋਣਾ ਚਾਹੀਦਾ ਤੇ ਦਲਿਤਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਆ। ਉਹਦੇ ਵਾਸਤੇ ਪਹਿਲਾਂ ਵੀ ਆਵਾਜ਼ ਬੁਲੰਦ ਕੀਤੀ ਆ, ਹੁਣ ਵੀ ਕਹੂੰਗਾ ਤੇ ਆਉਣ ਵਾਲੇ ਟਾਈਮ 'ਚ ਵੀ ਕਹਿੰਦਾ ਰਹੂੰਗਾ। ਇਨਕਲਾਬ ਜਿੰਦਾਬਾਦ।